श्री वाहिगुरु साहिब जी। श्री नानक पद पंकज बंदन, पद पंकज बंदन। सिमरो अंगद दुख निकंदन। अमरदास गुर हृदय नित ध्यावो जी, हृदय नित ध्यावो। श्री गुर रामदास गुण गावो। श्री अर्जन विघ्नन के नासक, विघ्नन के नासक। हर गोबिंद शुभ सुमत प्रकाशक। श्री हरि राय नमो कर जोरी, नमो कर जोरी। गुर हर कृष्ण मनाए बहोरी। तेग बहादुर परम कृपाला जी, परम कृपाला। श्री गुर गोबिंद सिंह विसाला। तरों तरा पर पुन पुन सीसा जी, पुन पुन सीसा। बंदो बार बार जगदीसा। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकार सतगुरु तिह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा जेह करना ते जठर मह। अगन स्पर्श न होए। जनमत ही पुन जग रचियो। हृदय विसारियो सोए। जेह करना ते जठर मह। अगन स्पर्श न होए। वाहिगुरु जी का खालसा, वाहिगुरु जी की फतेह। दीन दयाल भगत वत्सल पार ब्रह्म पूर्ण परमेश्वर सतगुरु गरीब नवाज धन धन श्री गुरु नानक देव साहिब जी महाराज। अमृत के दाते पंथ दे वाली, वालिए दो जहान साहिबे कमाल। धन धन श्री गुरु गोबिंद सिंह साहिब जी महाराज। दसे गुरु साहिबाना दी आत्मक जोत जागदी जोत। चवर छतर सिंघासन तख्त दे मालक। जुगो जुग अटल बाणी के बोहिथ। धन धन श्री गुरु ग्रंथ साहिब जी महाराज। सतगुरु जी दी साजी निवाजी गुरु रूप गुरु प्यारी गुरु खालसा साध संगत जीओ। आप जी कर्मां वाले वड्डियां भागां वाले हो जो सतगुरु गरीब नवाज श्री गुरु अर्जन देव साहिब महाराज जी दे पावन पवित्र स्थान विखे
ਹਾਜ਼ਰੀਆਂ ਭਰ ਕੇ ਆਪਣੇ ਇਸ ਜਨਮ ਨੂੰ ਸਫਲਾ ਕਰ ਰਹੇ ਹੋ। ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਸੁੰਦਰ ਦਰਬਾਰਾਂ ਅੰਦਰ ਸੁੰਦਰ ਤਖਤਾਂ ਉੱਪਰ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਹਨ। ਗੁਰੂ ਮਹਾਰਾਜ ਜੀ ਦੀ ਕਿਰਪਾ ਸਦਕਾ ਜਿਹੜੀ ਆਪਾਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੀ ਕਥਾ ਆਰੰਭ ਕੀਤੀ ਹੈ, ਉਸ ਦਾ ਸਮਾਂ ਹੋਇਆ ਹੈ। ਆਪ ਸੰਗਤਾਂ ਉਸ ਗੁਰੂ ਮਹਾਰਾਜ ਜੀ ਦੀ ਮਹਿਮਾ ਜੀਵਨ ਕੌਤਕਾਂ ਨੂੰ ਸਰਵਣ ਕਰਨ ਵਾਸਤੇ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹੋ। ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਨਾਮ ਦੀ ਮਹਿਮਾ ਕਰਦੇ ਹੋਏ ਭਗਤਾਂ ਦੇ, ਸੰਤਾਂ, ਮਹਾਂਪੁਰਸ਼ਾਂ ਦੇ ਨਾਮ ਗਿਣਾਏ। ਯੁੱਗਾਂ ਯੁੱਗਾਂ ਵਿੱਚ ਜਿਹੜੇ ਚਾਰ ਭਗਤਾਂ, ਚਾਰੇ ਯੁੱਗਾਂ ਵਿੱਚ ਹੀ ਜਿਹੜੇ ਭਗਤਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦੀ ਪ੍ਰਸਿੱਧੀ ਹੋਈ। ਉਹ ਜਿਹੜੇ ਨੀਚ ਜਾਤ ਵਿੱਚੋਂ ਸਨ, ਜਿਨ੍ਹਾਂ ਨੂੰ ਨੀਚ ਕਿਹਾ ਜਾਂਦਾ ਸੀ, ਉਹ ਭਗਤਾਂ ਨੇ ਨਾਮ ਜਪ ਕੇ ਉੱਤਮ ਹੋ ਕੇ ਦਿਖਾਇਆ। ਇਹ ਜੋ ਕੁਝ ਵੀ ਹੈ ਨਾਮ ਦੀ ਮਹਿਮਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਮਨ ਨੂੰ ਸੰਬੋਧਨ ਕਰਦਿਆਂ ਹੋਇਆਂ ਉੱਤਮ ਭਗਤੇ ਦੀ ਨਿਆਈ, ਕਿ ਇਹ ਮੇਰੇ ਮਨ ਵੇਖ, ਇਹ ਭਗਤਾਂ ਦੇ ਜੇ ਨਾਮ ਹੈ, ਜੇ ਅਜੇ ਜਪ ਰਹੇ ਹਾਂ, ਮੱਥਾ ਟੇਕ ਰਹੇ ਹਾਂ, ਤਾਂ ਉਹਨਾਂ ਦੇ ਨਾਮ ਜਪਣ ਕਰਕੇ। ਇਸ ਕਰਕੇ ਇਹ ਮਨਾ, ਜਿਹੜਾ ਤੂੰ ਆ ਸੰਸਾਰ ਦੇ ਮੋਹ ਮਮਤਾ ਵਿੱਚ ਫਸਿਆ ਹੋਇਆ ਹੈ, ਤੇ ਤੂੰ ਹਮੇਸ਼ਾ ਹੀ ਚਾਹੁੰਦਾ ਹੈ ਕਿ ਜਿਹੜੀ ਮਾਇਆ ਹੈ ਉਸ ਨੂੰ ਮੈਂ ਸਦਾ ਹੀ ਆਪਣੇ ਹੱਥ ਵਿੱਚ ਕਰ ਲਵਾਂ। ਮਾਇਆ ਵਿੱਚ ਤੇ ਕੁਟੰਬ ਵਿੱਚ ਤੇਰਾ ਪੂਰਾ ਲੰਪਟਪੁਣਾ ਹੈ, ਪਰ ਅਖੀਰੀ ਇਹ ਤੇਰੇ ਨਾਲ ਜਾਣ ਵਾਲੇ ਨਹੀਂ ਹੈ। ਜੇ ਮਨਾ ਤੂੰ ਕਵੇਂ ਵੀ ਮੈਨੂੰ ਇਹ ਸੰਸਾਰ ਸੱਚਾ ਲੱਗਦਾ ਹੈ, ਵੀ ਮੈਂ ਕਿਵੇਂ ਮੰਨਾਂ, ਤੇ ਉਹ ਭਾਈ ਸਾਹਿਬ ਜੀ ਕਹਿੰਦੇ ਹੈ ਕਿ ਇਹ ਸੱਚੇ ਦਾ ਬਣਾਇਆ ਹੋਇਆ ਹੈ। ਇਹ ਤਾਂ ਹੀ ਤੈਨੂੰ ਸੱਚਾ ਜਿਹੜਾ ਨਜ਼ਰ ਆ ਰਿਹਾ ਹੈ। ਤੇ ਪ੍ਰਮਾਣ ਦੇ ਦੇ ਕੇ ਸਮਝਾਇਆ ਹੈ ਕਿ ਵੇਖ ਕਿਵੇਂ ਸੰਸਾਰ ਮਿੱਥਿਆ ਹੈ, ਝੂਠਾ ਹੈ। ਜਿਵੇਂ ਉਹ ਸਿੱਪੀ ਦੇ ਵਿੱਚ ਚਾਂਦੀ ਨਜ਼ਰ ਆਉਂਦੀ ਹੈ ਭਰਮ ਕਰਕੇ, ਜਿਵੇਂ ਟੇਢੀ ਮੇਢੀ ਰੱਸੀ ਦੇ ਵਿੱਚ ਉਹ ਭੁਲੇਖੇ ਕਰਕੇ ਸੱਪ ਨਜ਼ਰ ਆਉਂਦਾ ਹੈ। ਜਿਵੇਂ ਮਾਰੂਥਲ ਰੇਤਾ ਉੱਪਰ ਉਹ ਹਿਰਨ ਨੂੰ ਪਿਆਸ ਕਰਕੇ ਉਹ ਮ੍ਰਿਗ ਤ੍ਰਿਸ਼ਨਾ ਲੱਗਦੀ ਹੈ, ਭਾਵ ਪਾਣੀ ਦਿਸਦਾ ਹੈ ਉਹ ਗਰਮੀ ਦੇ ਨਾਲ, ਤੇ ਵਿਚਾਰਾ ਭੱਜਦਾ ਹੈ, ਪਰ ਉਸ ਨੂੰ ਪ੍ਰਾਪਤ ਕੁਝ ਨਹੀਂ ਹੁੰਦਾ। ਐਵੇਂ ਹੀ ਮੇਰੇ ਮਨ, ਜਿੰਨਾ ਚਿਰ ਮਨ ਤੇ ਭਰਮ ਦਾ ਪਰਦਾ ਹੈ, ਗਿਆਨ ਨਹੀਂ ਹੈ, ਉਨਾ ਚਿਰ ਤੈਨੂੰ ਇਹ ਸੰਸਾਰ ਜਿਹੜਾ ਹੈ ਉਹ ਦਿਸੇਗਾ। ਜਿਸ ਦਿਨ ਅਗਿਆਨ ਦਾ ਪਰਦਾ ਚੱਕਿਆ ਗਿਆ ਤੇ ਇਹ ਗਿਆਨ ਹੋ ਗਿਆ ਸਰੂਪ ਦਾ, ਉਸ ਦਿਨ ਪਤਾ ਚੱਲੇਗਾ ਕਿ ਜਗ ਰਚਨਾ ਸਭ ਝੂਠ ਹੈ, ਇਹ ਸੰਸਾਰ ਮਿੱਥਿਆ ਹੈ। ਫਿਰ ਤੂੰ ਸਮਝ ਸਕਦਾ ਹੈ। ਜਿੰਨਾ ਚਿਰ ਅਗਿਆਨ ਦਾ ਪਰਦਾ ਹੈ, ਉਨਾ ਚਿਰ ਤੂੰ ਕੁਝ ਨਹੀਂ ਸਮਝ ਸਕਦਾ। ਇਹ ਜਿਹੜੀ ਕਵੀ ਸਾਹਿਬ ਜੀ ਨੇ, ਸਾਧ ਸੰਗਤ ਜੀ, ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਦੁਆਰਾ ਉਹ ਕਥਾ ਉਚਾਰਨ ਕੀਤੀ ਸੀ ਕਾਵ ਦੇ ਨਿਯਮਾਂ ਵਿੱਚ। ਕਿਉਂਕਿ ਇੱਕ ਜਾਣੇ ਨੂੰ ਭਰਮ ਨਹੀਂ ਹੈ, ਸਭ ਨੂੰ ਹੀ ਹੈ ਕਿ ਸਾਹਮਣੇ ਸਭ ਕੁਝ ਦਿਸ ਰਿਹਾ ਹੈ, ਫਿਰ ਝੂਠ ਕਿਵੇਂ ਹੋ ਗਿਆ? ਜੋ ਝੂਠ ਹੁੰਦਾ ਉਹ ਦਿਸਦਾ ਨਹੀਂ। ਇਹ ਤੇ ਬ੍ਰਹਮ ਗਿਆਨ ਹੋ ਜਾਵੇ, ਬ੍ਰਹਮ ਗਿਆਨੀ ਦੀ ਅਵਸਥਾ ਹੋ ਜਾਵੇ, ਤਾਂ ਜਾ ਕੇ ਸਾਧ ਸੰਗਤ ਜੀ ਗਿਆਨ ਹੁੰਦਾ ਹੈ। ਫਿਰ ਦੇਖੀਦਾ ਹੈ ਕਿ ਨਾਨਕ ਏਕੋ
ਰਵ ਰਹਾ ਦੂਸਰ ਹੋਆ ਨਾ ਹੋਗ। ਐਵੇਂ ਭਾਈ ਸਾਹਿਬ ਜੀ ਨਾਮ ਦੀ ਮਹਿਮਾ ਕਰਦੇ ਹੋਏ ਜਿਹੜੇ ਕਵਿਤ ਸੋਈਏ ਉਚਾਰਨ ਕੀਤੇ। ਅੱਗੇ ਜਿਵੇਂ ਨਾਮ ਦੀ ਮਹਿਮਾ ਹੋਰ ਜਣਾਉਂਦੇ ਹੋਏ ਇਸ ਮਨੁੱਖ ਨੂੰ ਜਿਵੇਂ ਸੁਣਾ ਰਹੇ ਹੈ, ਦੱਸ ਰਹੇ ਹਨ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਵਿੱਚ ਨਿਵਾਓ ਸੀਸ। ਬੜੇ ਪਿਆਰ ਸਤਿਕਾਰ ਅਦਬ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਹ ਕਰਨਾ ਤੇ ਜਠਰ ਮਹਿ। ਮਨ ਨੂੰ ਸੰਬੋਧਨ ਕਰਦੇ ਹੋਏ ਕਵੀ ਸਾਹਿਬ ਜੀ ਆਪਣੇ ਰਾਹੀਂ ਭਾਵ ਉੱਤਮ ਭਗਤੀ ਦੀ ਨਿਆਈ ਜਿਹੜਾ ਆਪਣੇ ਮਨ ਨੂੰ ਕਹਿ ਕੇ ਸਮਝਾਉਣਾ ਹੈ ਉਹ ਉੱਤਮਤਾਈ ਹੈ। ਭਾਵ ਕਹਿਣਾ ਆਪਣੇ ਮਨ ਨੂੰ ਤੇ ਸਾਰਿਆਂ ਨੂੰ ਹੀ ਸਿੱਖਿਆ ਦੇ ਦੇਣੀ। ਹੁਣ ਜਿਵੇਂ ਅਸੀਂ ਆਪਣੇ ਮਨ ਨੂੰ ਕਹਿ ਕੇ ਕੋਈ ਗੱਲ ਕਰੀਏ ਪਰ ਸਾਰਿਆਂ ਨੂੰ ਸਮਝਾ ਦਈਦਾ ਹੈ। ਇੱਥੇ ਹੁਣ ਕਵੀ ਸਾਹਿਬ ਜੀ ਨੇ ਆਪਣੇ ਮਨ ਦੀ ਗੱਲ ਲਈ, ਪਹਿਲਾਂ ਮਨ ਨੂੰ ਸੰਬੋਧਨ ਕੀਤਾ ਹੈ। ਹੁਣ ਉਹੀ ਗੱਲ ਸਾਡੇ ਤੇ ਆ ਰਹੀ ਹੈ। ਜਿਹੜਾ ਮਨ ਨੂੰ ਕਹਿ ਕੇ ਤੇ ਉਚਾਰਨ ਕਰਦਾ ਹੈ, ਕੋਈ ਸਿੱਖਿਆ ਦਿੰਦਾ, ਉਹ ਹੈ ਉੱਤਮ ਭਗਤਾ। ਇੱਕ ਹੁੰਦਾ ਮੱਧਮ, ਇੱਕ ਹੁੰਦਾ ਕਨਿਸ਼ਟ। ਉੱਤਮ ਤੇ ਹੈ ਜਿਹੜਾ ਕਵੀ ਸਾਹਿਬ ਜੀ ਨੇ ਇੱਥੇ ਵਰਤਿਆ ਹੋਇਆ ਹੈ, ਤੇ ਮੱਧਮ ਜਿਹੜਾ ਕਿਸੇ ਨੂੰ ਸੰਬੋਧਨ ਕਰਕੇ ਕਵੇ, ਕਿਸੇ ਨੂੰ ਕਵੇ ਨਾਮ ਲੈ ਲੈ ਕੇ ਵੀ ਤੂੰ ਸਮਝ ਜਾ, ਐਵੇਂ ਗੁਰੂ ਦੀ ਹਦਾਇਤ ਹੈ, ਮੱਤ ਹੈ, ਤੂੰ ਐਵੇਂ ਕਰ। ਇਹ ਤੇ ਹੈ ਉੱਤਮ ਭਗਤੀ ਦੀ ਨਿਆਈ, ਮੱਧਮ ਦੀ ਨਿਆਈ। ਇੱਕ ਹੁੰਦਾ ਕਨਿਸ਼ਟ ਭਗਤਾ, ਕਥਾਵਾਚਕ, ਜਿਹੜਾ ਸਿੱਧਾ ਹੀ ਕਹੀ ਜਾਵੇ ਕਿ ਤੂੰ ਸਮਝਦਾ ਕਿ ਨਹੀਂ ਸਮਝਦਾ ਹੈ, ਜਾਂ ਤੈਨੂੰ ਟੰਬਾ ਫੇਰੀਏ, ਤੈਨੂੰ ਦੂਜੀ ਤਰ੍ਹਾਂ ਢਾਈਏ। ਫਿਰ ਇਹ ਜਿਹੜਾ ਸਾਹਮਣੇ ਮੂੰਹ ਤੇ ਗੱਲ ਮਾਰ ਮਾਰ ਕੇ ਕਹਿਣਾ, ਇਹ ਹੈ ਕਨਿਸ਼ਟ। ਭਾਵੇਂ ਕਿ ਭਲੇ ਵਾਸਤੇ ਉਹ ਵੀ ਕਹਿ ਰਿਹਾ ਹੈ, ਪਰ ਉਹਨੂੰ ਕੋਈ ਉੱਤਮਤਾਈ ਨਹੀਂ ਦਿੱਤੀ ਗਈ। ਜਿਹਨੇ ਮਨ ਨੂੰ ਸੰਬੋਧਨ ਕੀਤਾ, ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਆਉਂਦੇ ਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਉੱਤਮ ਭਗਤੀ ਦੀ ਨਿਆਈ ਹੈ। ਐਵੇਂ ਕਵੀ ਸਾਹਿਬ ਜੀ ਕਹਿ ਰਹੇ ਆ ਕਿ ਹੇ ਮੇਰੇ ਮਨਾ, ਐ ਮੇਰੇ ਜੀਵ ਆਤਮਾ, ਜਿਸ ਪਰਮੇਸ਼ਰ ਦੀ ਕਰੁਣਾ ਤੇ ਕਿਰਪਾ ਤੇ ਦਇਆ ਤੇ ਤੂੰ ਜਠਰ ਰਕਈਏ ਮਾਂ ਦੇ ਪੇਟ ਦੇ ਵਿੱਚ। ਅਗਨ ਸਪਰਸ਼ ਨਾ ਹੋਏ। ਤੈਨੂੰ ਉੱਥੇ ਪਰਮੇਸ਼ਰ ਨੇ ਰੱਖਿਆ ਹੱਥ ਦੇ ਕੇ, ਤੇ ਜਿਹੜੀ ਅਗਨੀ ਸੀ ਅੱਗ ਮਾਂ ਦੇ ਪੇਟ ਦੀ, ਉਹ ਤੈਨੂੰ ਸਪਰਸ਼ ਨਾ ਹੋਈ। ਜਦੋਂ ਕਿ ਉਹ ਅਗਨੀ ਬੜੀ ਤੇਜ਼ ਹੈ ਮਾਂ ਦੇ ਪੇਟ ਦੀ, ਜਠਰਾਗਨ ਕਿਹਾ ਜਿਹਨੂੰ, ਜਿੱਥੇ ਰੋੜ ਖਾਦੇ ਵੀ ਭਸਮ ਹੋ ਜਾਂਦੇ ਹੈ, ਪਰ ਤੂੰ ਤੇ ਇੰਨਾ ਕੋਮਲ ਸੀ, ਇੰਨਾ ਨਰਮ ਸੀ, ਕੂਲਾ ਸੀ, ਫਿਰ ਵੀ ਉਹ ਤੇਰੀ ਮਹਾਰਾਜ ਨੇ ਰੱਖਿਆ ਕੀਤੀ ਹੈ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ। ਹੇ ਮੇਰੇ ਮਨਾ, ਇਹ ਜੀਵ ਆਤਮਾ ਹੈ ਜੀਵ, ਜਿਸ ਪਰਮੇਸ਼ਰ ਦੇ ਕਰੁਣਾ ਤੇ ਦਇਆ ਦੇ ਕਰਕੇ ਤੂੰ ਮਾਂ ਦੀ ਪੇਟ ਦੇ ਵਿੱਚ ਅੱਗ ਨੇ ਤੈਨੂੰ ਛੂਇਆ ਨਹੀਂ ਸੀ। ਜਨਮਤ ਹੀ ਪੁਨ ਜਗ ਰਚਿਓ। ਤੇ ਉਹ ਉੱਥੇ ਤੂੰ ਬੜਾ ਤਪ ਕਰਦਾ ਸੀ, ਹੱਥ ਜੋੜਦਾ ਸੀ, ਤੇ ਹੱਥ ਜੋੜ ਜੋੜ ਕੇ ਕਹਿਣਾ ਸੀ, ਹੇ ਪਰਮੇਸ਼ਰ, ਇੱਕ ਵਾਰ ਮੈਨੂੰ ਇਹ ਕਾਲ ਕੋਠੜੀ 'ਚੋਂ ਬਾਹਰ ਕੱਢ ਦੇ, ਮੈਂ ਤੇਰਾ ਨਾਮ ਜਪਾਂਗਾ, ਤੇਰੀ ਸਿਫਤ ਕਰਾਂਗਾ। ਪਰ ਉਦੋਂ ਤੇ ਤੂੰ
ਇਹ ਕਰਦਾ ਸੀ ਵਾਅਦੇ, ਪਰ ਜਦੋਂ ਹੀ ਤੂੰ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਜਦੋਂ ਮਾਂ ਦੀ ਗਰਭ ਵਿੱਚੋਂ ਤੇਰਾ ਜਨਮ ਹੋ ਗਿਆ, ਬਸ ਦੁਨੀਆ ਨਾਲ ਤੂੰ ਚਿੱਤ ਲਾ ਲਿਆ, ਉਸ ਮਾਲਕ ਨੂੰ ਤੂੰ ਭੁਲਾ ਦਿੱਤਾ। ਫਿਰ ਤੂੰ ਕਹਿਣ ਲੱਗਾ ਵੀ ਰੱਬ ਕੌਣ ਹੈ, ਕਿਹੜਾ ਰੱਬ ਹੈ? ਹੁਣ ਤੇ ਜੋ ਕੁਝ ਹਾਂ ਮੈਂ ਹਾਂ। ਤੇ ਜਠਰ ਅਗਨ ਵਿੱਚ ਮਾਂ ਦੇ ਪੇਟ ਵਿੱਚ ਤੂੰ ਮੁਖ ਤਲੈ ਪੈਰ ਉੱਪਰੈ, ਵਸੰਦੋ ਕੋਥੜੈ ਥਾਏ। ਬੜੇ ਖੋਟੇ ਥਾਂ ਦੇ ਵਸਦਾ ਸੀ। ਤੇਰਾ ਮੁਖ ਥੱਲੇ ਵੱਲ ਸੀ, ਪੈਰ ਤੇਰੇ ਉੱਪਰ ਵੱਲ ਸੀ। ਮਾਂ ਕੁਝ ਖਾਂਦੀ ਸੀ ਤੇ ਤੈਨੂੰ ਐ ਲੱਗਦਾ ਸੀ ਜਿਵੇਂ ਹੜ੍ਹ ਆ ਗਿਆ ਹੈ। ਕੁਝ ਮਾਂ ਪੀਂਦੀ ਸੀ ਤੇ ਤੇਰੇ ਵਾਸਤੇ ਉਹ ਹੜ੍ਹ ਆ ਜਾਂਦਾ ਸੀ ਤੇ ਤੂੰ ਡਰਦਾ ਸੀ। ਤੂੰ ਉਸ ਵਕਤ ਪਰਮੇਸ਼ਰ ਨੂੰ ਯਾਦ ਕਰਦਾ ਸੈਂ, ਹੇ ਮੇਰੇ ਮਨ, ਪਰ ਤੂੰ ਹੁਣ ਕਿਹੋ ਜਿਹਾ ਹੋ ਗਿਆ ਹੈ ਕਿ ਜਨਮਦਿਆਂ ਹੀ ਜਦੋਂ ਤੇਰਾ ਜਨਮ ਹੋ ਗਿਆ ਤੇ ਉਸੇ ਵੇਲੇ ਤੂੰ ਆ ਜੱਗ ਦੇ ਵਿੱਚ ਰਚਨਾ ਕਰਨ ਲੱਗ ਪਿਆ। ਹਿਰਦੈ ਵਿਸਾਰਿਓ ਸੋਏ, ਤੇ ਹਿਰਦੇ ਤੋਂ ਉਸ ਸੋਏ ਕਹੀਏ ਪਰਮੇਸ਼ਰ ਨੂੰ ਭੁਲਾ ਦਿੱਤਾ। ਖਸਮ ਵਿਸਾਰ ਦੁਨੀ ਚਿੱਤ ਲਾਇਆ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੈ, ਸੋ ਕਿਉ ਮਨੋਂ ਵਿਸਾਰੀਐ। ਜਿਸ ਪਰਮੇਸ਼ਰ ਨੇ ਤੈਨੂੰ ਮਾਂ ਦੇ ਪੇਟ ਵਿੱਚ ਰੱਖਿਆ, ਇਹ ਮਨਾ ਉਸ ਨੂੰ ਕਿਉਂ ਵਿਸਾਰੀਏ, ਤੈਨੂੰ ਕਿਉਂ ਭੁੱਲਿਆ ਹੈ? ਸੋ ਕੋ ਬਿਸਰੈ ਜੇ ਘਾਲ ਨਾ ਭਾਨੈ, ਸੋ ਕੋ ਬਿਸਰੈ ਜੇ ਕੀਆ ਜਾਣੈ। ਉਸ ਪਰਮੇਸ਼ਰ ਨੂੰ ਤੇ ਤੂੰ ਭੁਲਾ ਹੀ ਦਿੱਤਾ ਹੈ, ਜਿਸ ਦੀ ਦਇਆ ਕਰਕੇ ਮਾਂ ਦੀ ਜਠਰਾ ਅਗਨ 'ਚ ਤੈਨੂੰ ਅਗਨ ਨੇ ਛੂਹਿਆ ਤੱਕ ਨਹੀਂ, ਤੇਰਾ ਕੋਈ ਨੁਕਸਾਨ ਨਾ ਹੋਇਆ, ਇੰਨਾ ਤੂੰ ਨਰਮ ਸੀ। ਤੇ ਉਹਦੇ 'ਤੇ ਤੂੰ ਡਰਦਾ ਹੋਇਆ ਸਿਮਰਨ ਕਰਦਾ ਸੈਂ, ਪਰ ਜਦੋਂ ਹੀ ਜਨਮ ਹੋਇਆ, ਜਨਮ ਲੈਂਦਿਆਂ ਹੀ ਜਗਤ ਵਿੱਚ ਤੂੰ ਰਚਨਾ ਕਰਨ ਲੱਗ ਪਿਆ, ਪਾ ਮੋਹ ਮਮਤਾ 'ਚ ਫਸ ਗਿਆ। ਤੇ ਉਹ ਜਿਹੜਾ ਪਰਮੇਸ਼ਰ ਸੀ ਉਹਨੂੰ ਤੇ ਤੂੰ ਦਿਲੋਂ ਹੀ ਭੁਲਾ ਦਿੱਤਾ ਵੀ ਰੱਬ ਕਿੱਥੇ ਵਸਦਾ ਹੈ। ਚੌਪਈ ਜਿਹੇ ਕਰਨਾ ਤੇ ਰੂਪ ਅਨੂਪਾ। ਉਸ ਪਰਮੇਸ਼ਰ ਦੀ ਤੂੰ ਦਇਆ ਵੇਖ, ਉਸ ਨਾਮ ਦੀ ਤੂੰ ਮਹਿਮਾ ਵੇਖ। ਹੇ ਮੇਰੇ ਮਨ, ਜਿਸ ਦੀ ਕਰਨਾ ਕਹੀਏ ਆ ਕਿਰਪਾ ਦੇ ਕਰਕੇ ਤੈਨੂੰ ਰੂਪ ਦਿੱਤਾ ਪਰਮੇਸ਼ਰ ਨੇ ਅਨੋਖਾ ਅਨੂਪਮ, ਆ ਤੈਨੂੰ ਸੁੰਦਰ ਰੂਪ ਦਿੱਤਾ ਜਿਸ ਮਾਲਕ ਨੇ। ਤੇ ਤਜ ਪਰਿਓ ਅੰਧ ਕੋ ਕੂਪਾ। ਦੇਖ ਕੇ ਪੜਿਆ ਕਰ। ਤੇ ਤਜ ਪਰਿਓ ਅੰਧ ਜੋ ਕੂਪਾ। ਉਸ ਜਿਸ ਪਰਮੇਸ਼ਰ ਨੇ ਤੈਨੂੰ ਇੰਨਾ ਸੁੰਦਰ ਰੂਪ ਦਿੱਤਾ, ਤੈਨੂੰ ਸ਼ਕਲ ਦਿੱਤੀ, ਉਸ ਨੂੰ ਤੂੰ ਛੱਡ ਕਰਕੇ ਤੇ ਪੈ ਗਿਆ ਅੰਧੇ ਖੂਹ 'ਚ। ਮਾਇਆ ਦਾ ਜਿਹੜਾ ਮੋਹ ਮਮਤਾ ਰੂਪੀ ਖੂਹ ਹੈ, ਉਸ ਖੂਹ 'ਚ ਤੂੰ ਪੈ ਗਿਆ। ਤੇ ਤੂੰ ਕਹਿਣ ਲੱਗਾ ਮੈਨੂੰ ਰੱਬ ਨੇ ਦਿੱਤਾ ਹੀ ਕੀ ਹੈ, ਮੈਂ ਤੇ ਆਪਣੇ ਕੰਡੀ ਆਪੇ ਸੜਦਾ। ਹੁਣ ਮੈਨੂੰ ਕੀ ਦਿੱਤਾ ਉਸਨੇ ਕਿ ਤੈਨੂੰ ਐਸਾ ਸਰੀਰ ਦਿੱਤਾ ਹੈ, ਇਹ ਸਰੀਰਿਆ ਮੇਰਿਆ ਇਸ ਜੱਗ ਮਹਿ ਆਇ ਕਿਆ ਤੁਧ ਕਰਮ ਕਮਾਇਆ। ਕੀ ਕਰਮ ਕਮਾਇਆ ਹੈ ਤੂੰ ਐਡਾ ਮੁੱਲ ਵਾਲਾ ਸਰੀਰ ਪਾ ਕੇ, ਤੇ ਉਸ ਪਰਮੇਸ਼ਰ ਨੂੰ ਛੱਡ ਦਿੱਤਾ। ਸਭ ਕੁਛ ਆਪਣਾ ਇੱਕ ਰਾਮ ਪਰਾਇਆ, ਉਹ ਮਾਲਕ ਪਰਾਇਆ ਹੋ ਗਿਆ। ਅੰਨੇ ਖੂਹ ਮਾਇਆ ਦੇ ਮੋਹ ਦੇ ਖੂਹ ਵਿੱਚ ਤੂੰ ਫਸ ਗਿਆ। ਐਸੀ ਤੈਨੂੰ ਮਮਤਾ ਪੈ ਗਈ, ਤੇਰਾ ਪ੍ਰੇਮ ਹੁਣ ਛੁੱਟਦਾ ਹੀ ਨਹੀਂ ਹੈ। ਤੈਨੂੰ ਗੁਰੂ ਸਮਝਾਉਣ, 4 ਵੇਦ ਸਮਝਾਉਣ, 18 ਪੁਰਾਣ, 27 ਸਿਮਰਤੀਆਂ, ਧਰਮ ਸ਼ਾਸਤਰ, ਤੈਨੂੰ 4 ਕੁਰਾਨ, ਤੈਨੂੰ ਬਾਈਬਲ, ਤੈਨੂੰ ਕੋਈ ਵੀ ਸਿੱਖਿਆ ਦਿਓ, ਤੂੰ ਹੁਣ ਮੰਨਦਾ ਹੀ ਨਹੀਂ ਇਹ ਗੱਲ ਨੂੰ। ਤੂੰ ਇਸ ਗੱਲ 'ਤੇ ਆਉਂਦਾ ਹੀ ਨਹੀਂ ਪਗਡੰਡੀ 'ਤੇ ਅੰਨੇ ਖੂਹ 'ਚ ਪੈ ਗਿਆ। ਇੱਕ ਤੇ ਖੂਹ ਹੁੰਦਾ ਜਿਹਨੂੰ 4 ਦੀਵਾਲੀ ਬਲੀ ਹੁੰਦੀ ਹੈ ਵੀ ਉਹਦੇ ਵਿੱਚ ਜੇ ਕੋਈ ਮਰੂ ਤੇ ਕੋਈ ਛਾਲ ਆਪ ਵੀ ਮਾਰ ਕੇ ਮਰੂ, ਕੋਈ ਸਿੱਧਾ ਤਾਂ ਨਹੀਂ ਡਿੱਗ ਸਕਦਾ। ਇੱਕ ਖੂਹ ਹੁੰਦਾ ਅੰਨਾ ਖੂਹ, ਜਿਵੇਂ ਜੰਗਲ ਵਿੱਚ ਕੁੱਪ ਹਨੇਰ ਹੋਵੇ ਤੇ ਖੂਹ ਵੀ ਹੋਵੇ ਅਗਲੇ ਪਾਸੇ, ਵਿੱਚ ਕੰਡੇ, ਘਾਸ ਫੂਸ, ਪਾਣੀ, ਸੱਪ, ਡੱਡੀਆਂ ਆਦਿਕ ਪਏ ਹੋਣ ਖੂਹ 'ਚ,
ਤੇ ਬੰਦਾ ਉਹ ਰਾਤ ਦੇ ਸਮੇਂ ਤੁਰਿਆ ਜਾ ਰਿਹਾ ਹੈ ਤੇ ਖੂਹ ਅੰਨੇ 'ਚ ਡਿੱਗ ਪਵੇ। ਭਾਵ ਜਿਹੜਾ ਜੰਗਲ ਵਿੱਚ ਖੂਹ ਹੈ ਬੜਾ ਡੂੰਘਾ ਤੇ ਪਾਣੀ ਭਰਿਆ ਹੈ, ਕੰਡੇ ਸੱਪ ਆਦਿਕ ਵਿੱਚ ਡਿੱਗੇ ਹੋਏ ਹੈ ਤੇ ਬੰਦਾ ਹਨੇਰੇ ਵਿੱਚ ਡਿੱਗ ਪਵੇ, ਉਹ ਹੁੰਦਾ ਅੰਨਾ ਖੂਹ। ਉਹ 'ਚ ਡਿੱਗ ਪਵੇ। ਜੇ ਤੇ ਕੋਈ ਭੇਡ ਬੱਕਰੀਆਂ ਚਾਰਨ ਵਾਲਾ ਉਸ ਰਸਤੇ ਲੰਘ ਜਾਵੇ ਤੇ ਆਵਾਜ਼ ਸੁਣ ਲਵੇ ਤੇ ਬਚਾ ਸਕਦਾ ਹੈ। ਜੇ ਨਾ ਸੁਣਿਆ ਤੇ ਜੇ ਉਧਰ ਕੋਈ ਜਾਂਦਾ ਨਾ ਹੋਇਆ ਤੇ ਸਾਰੀ ਉਮਰ ਉੱਥੇ ਪਿਆ ਮਰ ਜੂ। ਇਸੇ ਤਰ੍ਹਾਂ ਮੋਹ ਮਮਤਾ ਦਾ ਖੂਹ ਹੈ। ਇਹਦੇ ਵਿੱਚੋਂ ਜੇ ਕੋਈ ਸੰਤ ਮਹਾਂਪੁਰਸ਼ ਬ੍ਰਹਮ ਗਿਆਨੀ ਕੋਈ ਅੰਧੇ ਖੂਹ 'ਚ ਪਿਆ ਹੋਇਆ ਆਵਾਜ਼ ਦੇ ਦੇਵੇ ਉਹਨਾਂ ਨੂੰ ਤੇ ਉਹ ਕੱਢ ਸਕਦੇ ਹੈ। ਜੇ ਆਖੇ ਨਹੀਂ ਮੈਂ ਮਿੱਠਾ ਛੱਡ ਨਹੀਂ ਸਕਦਾ, ਮੱਖੀ ਮਿੱਠਾ ਮਰਨਾ। ਜਿਵੇਂ ਮੱਖੀ ਉਹ ਗੁੜ 'ਤੇ ਬਹਿੰਦੀ ਹੈ, ਗੁੜ ਦੀ ਪੱਤ 'ਤੇ, ਉਹਨੂੰ ਇਹ ਨਹੀਂ ਪਤਾ ਕਿ ਮੇਰੀ ਮੌਤ ਹੋ ਸਕਦੀ, ਪਰ ਉਹ ਉੱਡ ਉੱਡ ਕੇ ਬਹਿੰਦੀ ਹੈ। ਖੀਰੀ ਉਹਦੇ ਖੰਭ ਜਿਹੜੇ ਆ ਗੁੜ ਵਾਲੇ ਹੋ ਜਾਂਦੇ ਤੇ ਉੱਤੇ ਮਰ ਜਾਂਦੀ ਹੈ। ਜੇ ਉਹ ਬੰਦਾ ਹੁਣ ਨਿਕਲਣਾ ਨਹੀਂ ਚਾਹੁੰਦਾ, ਸੰਤਾਂ ਨੂੰ ਕਹਿਣਾ ਹੀ ਨਹੀਂ ਚਾਹੁੰਦਾ, ਤੇ ਕਿਵੇਂ ਨਿਕਲ ਸਕਦਾ ਹੈ? ਇੱਥੇ ਕਵੀ ਸਾਹਿਬ ਜੀ ਕਹਿ ਰਹੇ, ਹੇ ਮੇਰੇ ਮਨ, ਜਿਸ ਨਾਮ ਤੇ ਜਿਸ ਪਰਮੇਸ਼ਰ ਦੀ ਕਿਰਪਾ ਕਰਕੇ ਤੈਨੂੰ ਜਿਸ ਮਾਲਕ ਨੇ ਸੁੰਦਰ ਰੂਪ ਦਿੱਤਾ ਅਨੂਪਮ, ਤੂੰ ਉਸ ਨੂੰ ਛੱਡ ਕੇ ਤੇ ਅੰਨੇ ਖੂਹ ਮੋਹ ਦੇ ਖੂਹ ਵਿੱਚ ਫਸ ਗਿਆ, ਹੁਣ ਤੇ ਨਿਕਲਣਾ ਨਹੀਂ ਚਾਹੁੰਦਾ। ਜਿਸ ਕਰਨਾ ਸਭ ਦੇ ਪਦਾਰਥ, ਜਿਸ ਪਰਮੇਸ਼ਰ ਨੇ ਕਿਰਪਾ ਕਰਕੇ ਤੈਨੂੰ ਆ ਸਾਰੇ ਪਦਾਰਥ ਦਿੱਤੇ। 36 ਅੰਮ੍ਰਿਤ ਜਿਨ ਭੋਜਨ ਦੀਏ, 36 ਪ੍ਰਕਾਰ ਦੇ ਤੈਨੂੰ ਸ਼ਗਨ ਨੂੰ ਭੋਜਨ ਦਿੱਤੇ। ਫਿਰ ਨਿਰੇ ਭੋਜਨ ਨਹੀਂ ਦੇ ਦਿੱਤੇ, ਤੈਨੂੰ ਉਹ ਥਾਂ ਵੀ ਦਿੱਤੀ ਹੈ, ਅੰਤਰ ਥਾਨ ਠਹਿਰਾਵਨ ਕੋ ਕੀਏ। ਤੈਨੂੰ ਥਾਂ ਵੀ ਦਿੱਤੀ ਹੈ ਵੀ ਤੂੰ ਖਾਵੇਂ ਤੇ ਤੇਰਾ ਉਹ ਜਿਹੜਾ ਇਹ ਭੋਜਨ ਖਾਦਾ ਕਿਤੇ ਟਿਕੇ। ਫਿਰ ਤੈਨੂੰ ਅਗਨੀ ਦਿੱਤੀ ਹੈ, ਭਸਮ ਕਰੇ ਤੇਰੇ ਖਾਣੇ ਖਾਦੇ ਹੋਏ ਨੂੰ। ਜਿਸ ਪਰਮੇਸ਼ਰ ਨੇ ਹੇ ਮੇਰੇ ਮਨ ਤੈਨੂੰ ਆ ਪਦਾਰਥ ਦਿੱਤੇ 36 ਪ੍ਰਕਾਰ ਦੇ, ਤੂੰ ਭੋਗ ਭੋਗਦਾ ਹੈ, ਪ੍ਰਸ਼ਾਦੇ ਪਾਣੀ ਛਕਦਾ ਹੈ। ਫਿਰ ਜਿਨ ਦੀਆ ਤੁਧ ਨੀਰ ਨਿਰਮੋਲਾ, ਤੈਨੂੰ ਪਾਣੀ ਦਿੱਤਾ ਕਿੰਨਾ ਅਮੋਲ। ਕਿਤੇ ਪੁੱਛ ਜਾ ਕੇ ਉਹਨਾਂ ਨੂੰ ਜਿਹੜੇ ਪਾਣੀ 6-6 ਕਿਲੋਮੀਟਰ ਤੋਂ ਗਾਗਰ ਭਰ ਕੇ ਲਿਆਉਂਦੇ ਆ, ਤੇ ਤੈਨੂੰ ਤੇ ਇੰਨਾ ਪਾਣੀ ਦਿੱਤਾ ਹੈ ਮੇਰੇ ਮਨ ਕਿ ਤੂੰ ਆ ਛੱਡ ਕੇ ਮੋਟਰ ਵੇ ਇਸ਼ਨਾਨ ਕਰਦਾ ਤੇ ਕਿੰਨਾ ਕਿੰਨਾ ਪਾਣੀ ਫਾਲਤੂ ਰੋੜ ਦੇਣਾ। ਕੋਈ ਪਾਣੀ ਦੀ ਕੀਮਤ ਜਾਣਦਾ ਕਿੰਨੀ ਕੀਮਤ ਹੈ? ਜਦੋਂ ਜਾਨ ਨਿਕਲਦੀ ਹੈ ਕੋਈ ਦੁੱਧ ਨਹੀਂ ਪੀਂਦਾ ਹੈ, ਕੋਈ ਬੌਨਵੀਟਾ ਨਹੀਂ ਮੰਗਦਾ ਹੈ, ਉਹ ਪਾਣੀ ਮੰਗਦਾ ਉਸ ਵਕਤ। ਪਾਣੀ ਦੀ ਕੀਮਤ ਹੈ। ਜਿਨ ਦੀਆ ਤੁਧ ਨੀਰ ਨਿਰਮੋਲਾ, ਜਿਨ ਦੀਆ ਤੁਧ ਪਵਨ ਅਮੂਲਾ। ਜਿਸ ਪਰਮੇਸ਼ਰ ਨੇ ਤੈਨੂੰ ਹਵਾ ਦਿੱਤੀ ਹੈ, ਤੇਰਾ ਰਤਗ ਦਮ ਘੁੱਟੇ ਤੇ ਤੂੰ ਕਹਿੰਦਾ ਹਵਾ ਆ ਜੇ, ਹਵਾ ਆਉਂਦੀ ਤੇਰੇ 'ਚ ਜਾਨ ਪੈਂਦੀ ਹੈ। ਤੇ ਉਸ ਪਰਮੇਸ਼ਰ ਨੇ ਹੇ ਮਨ ਆ ਤੈਨੂੰ ਜਿਸ ਨੇ ਆ ਸਾਰੇ ਕਿਰਪਾ ਕਰਕੇ ਪਦਾਰਥ ਦਿੱਤੇ ਹੈ, ਦੱਸ ਤੂੰ ਕੀ ਮੁੱਲ ਪਾਇਆ ਹੈ? ਤਿਸ ਤਜ ਫਿਰਤ ਵਿਸ਼ੈ ਕੇ ਸੁਵਾਰਥ। ਉਹ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਨੂੰ ਤੂੰ ਛੱਡ ਕੇ, ਭਾਵ ਉਸ ਮਾਲਕ ਜਿਹਨੇ ਇੰਨਾ ਕੁਝ ਦਿੱਤਾ ਹੈ, ਜਿਨ ਦੀਏ ਤੁਧ ਬਾਪ ਮਹਿਤਾਰੀ, ਜਿਨ ਦੀਏ ਤੁਧ ਭਰਾਤ ਪੁੱਤਹਾਰੀ। ਜਿਹਨੇ ਤੈਨੂੰ ਮਾਂ ਬਾਪ ਦਿੱਤੇ ਹੈ, ਤੈਨੂੰ ਭਰਾ ਦਿੱਤੇ ਹੈ, ਪੁੱਤ ਦਿੱਤੇ ਹੈ, ਤੇਰੇ ਨਾਲ ਪ੍ਰੇਮ ਕਰਨ ਵਾਲੇ ਤੇਰੇ ਸੰਬੰਧੀ ਦਿੱਤੇ ਹੈ। ਫਿਰ ਉਹ ਮਾਲਕ ਨੇ ਤੈਨੂੰ ਤੇਰੀ ਸਹਾਇਤਾ ਵਾਸਤੇ ਇਸਤਰੀ ਦਿੱਤੀ ਹੈ, ਤੈਨੂੰ ਮਿੱਤਰ ਦਿੱਤੇ ਹੈ, ਕੀ ਨਹੀਂ ਦਿੱਤਾ ਹੈ ਤੈਨੂੰ? ਤੇ ਉਸ ਪਰਮੇਸ਼ਰ ਨੂੰ ਤੂੰ ਛੱਡ ਕੇ ਤੇ ਵਿਸ਼ਿਆਂ ਵਿੱਚ, ਵਿਸ਼ਿਆਂ ਦੇ ਸਵਾਰਥ ਮਤਲਬ ਵਿੱਚ ਲੱਗਾ ਹੋਇਆ ਹੈ। ਆ ਵਿਸ਼ਿਆਂ 'ਚ ਤੇਰਾ ਖਾਣ ਪੀਣ ਦੇਖਣ ਨੱਚਣ ਟੱਪਣ 'ਚ ਤੇਰਾ ਇੰਨਾ ਤੇਰਾ ਪ੍ਰੇਮ ਹੈ ਉਹ ਮਾਲਕ ਨੂੰ, ਤੇ ਤੂੰ ਦਿਲੋਂ ਹੀ ਭੁਲਾ ਦਿੱਤਾ। ਹੇ ਮਨਾ ਮਨ ਮੂਰਖ ਅਜਹੂ ਨਹ ਜਾਣਤ। ਇਹ ਮਨ ਮੂਰਖ ਐਡਾ ਖੋਟੀ ਮੱਤ ਵਾਲਾ ਹੈ। ਮਨ ਰੇ ਕੌਣ ਕੁ ਮੱਤ ਦਾ ਲੀਨੀ। ਇੰਨਾ ਮੂਰਖ ਮਨ ਹੈ,
ਹਜੇ ਵੀ ਨਹੀਂ ਜਾਣਦਾ। ਜਿਸ ਕਰਨਾ ਤੇ ਸਭ ਤੁਝ ਮਾਨਤ। ਵੀ ਜਿਸ ਦੀ ਕਿਰਪਾ ਕਰਕੇ ਤੈਨੂੰ ਸਾਰੇ ਮੰਨਦੇ ਐ। 84 ਲੱਖ ਜੂਨ ਹੈ, ਸਰਬ ਜੂਨ ਤੇਰੀ ਪਨਿਹਾਰੀ। ਤੇਰਾ ਪਾਣੀ ਭਰਦੀ ਹੈ ਸਾਰੀ ਜੂਨਾਂ, 84 ਲੱਖ ਜੂਨ ਤੇਰਾ ਪਾਣੀ ਭਰਦੀ ਹੈ। ਭਾਵ ਤੇਰੀ ਆਗਿਆ 'ਚ ਚੱਲਦੀ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਤੇਰੀ ਚੌਧਰਪੁਣਾ ਹੈ। ਕਿੰਨਾ ਬਲੀ ਸ਼ੇਰ ਹੈ, ਤੂੰ ਉਹਨੂੰ ਵੀ ਕਸਰਤ ਕਰਾ ਦੇਣਾ ਹੈ। ਕਿੰਨਾ ਵੱਡਾ ਹਾਥੀ ਹੈ, ਤੂੰ ਉਹਦੇ ਕੋਲ ਵੀ ਕਸਰਤ ਕਰਾ ਲੈਣਾ ਹੈ। ਕਿੰਨੇ ਕਿੰਨੇ ਵੱਡੇ ਜੀਵ ਜੰਤੂ ਹੈ, ਤੂੰ ਕਬਜ਼ੇ 'ਚ ਕਰ ਲੈਣਾ ਹੈ। ਤੇਰੀ ਸਰਦਾਰੀ ਹੈ। ਆ ਪਸ਼ੂ ਕਿੱਡੇ ਕਿੱਡੇ ਵੱਡੇ ਹੈ, ਪਰ ਤੂੰ ਉਹਨਾਂ ਨੂੰ ਕਬਜ਼ੇ 'ਚ ਕੀਤਾ, ਰੱਸੀ ਪਾ ਕੇ ਬੰਨਿਆ ਹੈ। ਮਰਜ਼ੀ ਨਾਲ ਤੂੰ ਦੁੱਧ ਉਹਨਾਂ ਦਾ ਚੋਂਦਾ ਹੈ, ਮਰਜ਼ੀ ਨਾਲ ਪੱਠੇ ਪਾਉਣਾ ਹੈ। ਤੇ ਹੇ ਮਨ ਮੂਰਖ, ਤੂੰ ਅਜੇ ਵੀ ਨਹੀਂ ਜਾਣਦਾ ਕਿ ਜਿਸ ਪਰਮੇਸ਼ਰ ਦੀ ਕਰੁਣਾ ਕਹੀਏ ਕਿਰਪਾ ਤੇ ਤੈਨੂੰ ਸਾਰੇ ਮੰਨਦੇ ਐ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆ ਉਪਰ ਸਾਗ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਜੀਵ ਐਡਾ ਨਿਰਗੁਣ ਹੈ, ਹਜੇ ਵੀ ਕੋਈ ਨਹੀਂ ਬੁੱਝਦਾ ਕਿ ਬੱਚਾ ਸੀ, ਜਨਮ ਨਹੀਂ ਲਿਆ ਸੀ ਤੇ ਪਰਮੇਸ਼ਰ ਨੇ ਦੁੱਧ ਪੈਦਾ ਕਰ ਦਿੱਤਾ ਮਾਂ ਦੇ ਅਸਥਨਾਂ 'ਚ। ਉਹ ਦੁੱਧ ਪੀਣ ਜੋਗਾ ਹੋਇਆ, ਥੋੜ੍ਹੇ ਜਿਹੇ ਦੰਦ ਦਿੱਤੇ ਹੈ ਤੇ ਖਾਣ ਵਾਸਤੇ ਭੋਜਨ ਦੇ ਦਿੱਤਾ ਹੈ ਕਿ ਜਵਾਨ ਹੋ ਰਿਹਾ ਹੈ। ਫਿਰ ਬੁੱਢਾ ਹੋਇਆ ਹੈ, ਸਕੇ ਸੰਬੰਧੀ ਧੀਆਂ ਪੁੱਤਰ ਦਿੱਤੇ ਮੂੰਹ 'ਚ ਪਾਣੀ ਪਾਉਣ ਵਾਸਤੇ। ਤੇ ਪਰ ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਮਹਾਰਾਜ ਐਸਾ ਨਿਰਗੁਣ ਹੈ ਜੀਵ, ਹਜੇ ਵੀ ਬੁੱਝਦਾ ਨਹੀਂ ਹੈ, ਸਮਝਦਾ ਨਹੀਂ ਹੈ। ਕਹਿੰਦਾ ਨਹੀਂ ਇਹ ਜਿਹੜੇ ਪਾਣੀ ਪਾਉਂਦੇ ਮੂੰਹ 'ਚ ਇਹੀ ਮੇਰੇ ਆ, ਪਰ ਇਹ ਨਹੀਂ ਪਤਾ ਜਿਹਨੇ ਪੈਦਾ ਕੀਤੇ ਆ ਉਹ ਕੌਣ ਹੈ। ਤੇ ਜਿਸ ਕਰਨਾ ਤੇ ਹੇ ਜੀਵ ਹੇ ਮਨ ਤੈਨੂੰ ਸਾਰੇ ਮੰਨਦੇ ਹੈ, ਤੇਰੀ ਜੈ ਜੈਕਾਰ ਹੈ। ਮਧੁਰ ਜਾਨ ਵਿਸ਼ਿਆਨ ਬਿਲਸਾਤੂ। ਤੂੰ ਮਿੱਠੇ ਜਾਣ ਕੇ ਵਿਸ਼ਿਆਂ ਨੂੰ ਵਿਕਾਰਾਂ ਨੂੰ ਆ ਬਿਲਸਾਤੂ ਕਹੀਏ, ਕਿੰਨਾ ਖੁਸ਼ ਹੋ ਰਿਹਾ ਹੈ, ਆ ਕਿੰਨਾ ਤੂੰ ਆਨੰਦ ਮਾਣ ਰਿਹਾ ਉਹਨਾਂ ਵਿਸ਼ਿਆਂ ਦਾ। ਸੋ ਹੋਵਹਿ ਕਟ ਵੱਡ ਦੁਖ ਦਾਤੂ। ਪਰ ਯਾਦ ਰੱਖੀ ਹੇ ਮਨ ਹੇ ਜੀਵ, ਉਹ ਜਿਹੜੇ ਤੈਨੂੰ ਵਿਸ਼ੇ ਮਿੱਠੇ ਲੱਗਦੇ ਐ, ਜਿਹੜੇ ਭੋਗ ਪਦਾਰਥ ਮਿੱਠੇ ਲੱਗਦੇ ਐ, ਜਿਹੜਾ ਤੈਨੂੰ ਇਹ ਕੱਪੜਾ, ਇਹ ਤੈਨੂੰ ਆਪਣਾ ਰੂਪ ਮਿੱਠਾ ਲੱਗਦਾ ਹੈ, ਇਹ ਸਾਰੇ ਕੌੜੇ ਹੋ ਜਾਣਗੇ। ਇਹ ਤੈਨੂੰ ਵੱਡਾ ਦੁੱਖ ਦੇਣ ਵਾਲੇ ਹੋ ਜਾਣਗੇ। ਇਹੀ ਤੈਨੂੰ ਵਿਸ਼ੇ ਦੁੱਖ ਦੇਣਗੇ। ਫਿਰ ਤੂੰ ਜਾਣੇਗਾ ਇਹਦੇ ਕੌੜੇ ਸਨ। ਦੋਹਰਾ ਨਾਮਹਿ ਤੇ ਸਭ ਕੁਛ ਬਨਿਓ। ਜੇ ਤੂੰ ਕਵੇਂ, ਕਿਉਂਕਿ ਸਵਾਲ ਹੁੰਦਾ ਕਈਆਂ ਦਾ, ਇਹ ਤੇ ਜੀ ਮਾਂ ਪਿਓ ਤੋਂ ਹੀ ਬੱਚਾ ਪੈਦਾ ਹੁੰਦਾ ਹੈ, ਇਹ ਹਰ ਇੱਕ ਦਾ ਆਮ ਸਵਾਲ ਹੈ। ਪਰ ਸਾਧ ਸੰਗਤ ਜੀ, ਸ੍ਰਿਸ਼ਟੀ ਜਿਹੜੀ ਪੈਦਾ ਹੋਈ ਹੈ ਇਹ ਤੇ ਸਾਰੀ ਨਾਮ ਤੋਂ ਪੈਦਾ ਹੋਈ ਹੈ। ਇਹ ਨਾਮ ਦੇ ਕਰਕੇ ਜਨਮ ਮਿਲਦਾ ਹੈ। ਗੁਰ ਸੇਵਾ ਤੇ ਭਗਤ ਕਬਾਈ, ਤਬ ਇਹ ਮਾਨਸ ਦੇਹੀ ਪਾਈ। ਨਾਮ ਕਰਕੇ ਹੀ ਹੈ, ਨਹੀਂ ਤੇ ਕਈਆਂ ਦੇ ਘਰ ਤੇ ਹੁੰਦਾ ਹੀ ਨਹੀਂ ਹੈ। ਫਿਰ ਉੱਥੇ ਕੀ ਹੈ? ਦੱਸ ਰਹੇ ਹੁਣ ਕਵੀ ਸਾਹਿਬ ਜੀ ਕਿ ਨਾਮਹਿ ਤੇ ਸਭ ਕੁਛ ਬਨਿਓ। ਹੇ ਮੇਰੇ ਮਨਾ, ਇਹ ਨਾਮ ਕਰਕੇ ਹੀ, ਨਾਮੇ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਇਹ ਨਾਮ ਤੋਂ ਹੀ ਆ ਸਾਰੇ ਬ੍ਰਹਿਮੰਡ ਕਰੋੜਾਨ ਕਰੋੜ ਬਣੇ ਹੋਏ ਐ। ਖੰਡ ਬ੍ਰਹਮੰਡ ਸਰੀਰ। ਇਹ 9 ਖੰਡ ਵੀ ਧਰਤੀ ਦੇ ਹਿੱਸੇ ਜਿਹੜੇ ਐ, ਇਹ ਵੀ ਨਾਮ ਕਰਕੇ ਬਣੇ ਹੈ, ਨਾਮ ਤੋਂ ਬਣੇ ਹੈ। ਜਿਹੜਾ ਬ੍ਰਹਮੰਡ ਹੈ, ਭਾਵ 14 ਲੋਕ, ਜਿਹਦੇ ਵਿੱਚ 7 ਆਕਾਸ਼ 7 ਪਤਾਲ, ਆ ਧਰਤੀ ਵਿੱਚ ਇਹ ਹੁੰਦੀ ਹੈ। ਕਿੰਨੇ ਸਮੁੰਦਰ ਹੈ? 7 ਸਮੁੰਦਰ ਹੈ। ਤਾਰੇ, ਚੰਦਰਮਾ, ਸੂਰਜ, ਇਹ ਸਾਰੇ ਵੇਖੋ ਇੱਕ ਆਕਾਸ਼ ਦਾ ਹਿੱਸਾ ਹੈ।
ਜਿਹਦੇ ਵਿੱਚ ਸੱਤ ਆਕਾਸ਼ ਸੱਤ ਪਤਾਲ ਆਉਣ, ਉਹਨੂੰ ਕਹੀਦਾ ਹੈ ਬ੍ਰਹਿਮੰਡ। ਤੇ ਉਹ ਪਰਮੇਸ਼ਰ ਦੇ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ। ਉਹਦੇ ਕਰੋੜਾਨ ਕਰੋੜ ਬ੍ਰਹਿਮੰਡ ਉਹਨੇ ਆਪਣੇ ਰੋਮ ਰੋਮ ਵਿੱਚ ਹੀ ਸਮਾਏ ਹੋਏ ਹੈ। ਤੇ ਰੋਮ ਵੇਖੋ ਕਿੰਨਾ ਹੋਵੇਗਾ ਪਰਮੇਸ਼ਰ ਦਾ ਵੱਡਾ। ਇਹ ਜਿਹੜੇ ਨਾਮ ਦੇ ਕਰਕੇ ਸਾਰੇ 9 ਧਰਤੀ ਦੇ ਹਿੱਸੇ ਖੰਡ ਤੇ ਨਾਲ ਜਿਹੜੇ ਬ੍ਰਹਿਮੰਡ ਤੇ ਬ੍ਰਹਿਮੰਡਾਂ ਵਿੱਚ ਜਿਹੜੇ ਸਰੀਰ ਹੈ, ਇਹ ਸਾਰੇ ਨਾਮ ਕਰਕੇ ਬਣੇ ਹੈ। ਇਸੇ ਤਰ੍ਹਾਂ ਖੰਡ ਕੇ ਜਿਹੜੇ ਉਤਲਾ ਹਿੱਸਾ ਹੈ, ਭਾਵ ਸਵਰਗ ਲੋਕ ਹੈ, ਉਤਲੇ ਹਿੱਸੇ ਸਵਰਗ ਆਕਾਸ਼ ਆਦਿ, ਤੇ ਇੱਧਰੋਂ ਥੱਲੜੇ ਆ ਧਰਤੀ ਪਤਾਲ ਆਦਿ। ਇਹ ਜਿਹੜਾ ਜੋ ਕੁਝ ਵੀ ਤੂੰ ਦੇਖ ਰਿਹਾ ਹੈ, ਇਹਦੇ ਵਿੱਚ ਜਿੰਨੇ ਵੀ ਸਰੀਰ ਹੈ, ਇਹ ਸਾਰੇ ਇਹ ਮਨਾ ਨਾਮ ਤੋਂ ਹੀ ਬਣੇ ਹੋਏ ਐ। ਸੋ ਕਿਉ ਨਾਮ ਵਿਸਾਰਿਓ। ਤੇ ਉਹ ਜਿਹੜਾ ਐਸਾ ਮਹਾਨ ਨਾਮ ਹੈ ਮਨਾ, ਜਿਸ ਨੇ ਆ ਓੰਕਾਰ, ਇਹ ਨਾਮ ਸੀ, ਇਹ ਨਾਮ ਤੋਂ ਹੀ ਉਹ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ। ਉਹ ਨਾਮ ਨੂੰ ਤੂੰ ਕਿਵੇਂ ਭੁਲਾ ਬੈਠਾ ਹੈ। ਨਿਤ ਸਮਾਰ ਮਤ ਤੀਰ। ਏ ਜੀਵ ਮਤ ਦੇ ਧੀਰਜਵਾਨ, ਬੁੱਧੀ ਦੇ ਧੀਰਜਵਾਨ, ਉਸ ਨਾਮ ਨੂੰ ਤੂੰ ਹਮੇਸ਼ਾ ਹੀ ਸੰਭਾਲ, ਉਹਨੂੰ ਨਾ ਵਿਸਾਰ ਤੂੰ ਦਿਲੋਂ। ਸਵਈਆ ਨਾ ਗੁਣ ਤੇ ਪੁਨ ਸਾਗੁਣ ਤੇ। ਹੁਣ ਕਵੀ ਸਾਹਿਬ ਜੀ ਨਾਮ ਦੀ ਮਹਿਮਾ ਹੋਰ ਉਤਮ ਦਰਸਾ ਰਹੇ ਹੈ ਕਿ ਹੇ ਮਨਾ, ਆ ਜਿਹੜਾ ਨਾਗੁਣ ਕੀ ਜਿਹਦੇ 'ਚ ਨਹੀਂ ਹੈ ਗੁਣ, ਆਵ ਜਿਹੜਾ ਤੇਰਾ ਗੁਣ ਅਤੀਤ ਹੈ, ਰਜੋ ਗੁਣ ਸਤੋ ਗੁਣ ਤਮੋ ਗੁਣ। ਤੇ ਉਹ ਕੀ ਹੈ? ਪਰਮੇਸ਼ਰ ਨਿਰਗੁਣ। ਨਿਰਗੁਣ ਤੇ ਪੁਨ ਸਾਗੁਣ, ਜੋ ਗੁਣਾਂ ਦੇ ਸਹਿਤ ਹੈ। ਸਰਗੁਣ ਕਹੀਏ ਜਿਹੜਾ ਸਰੀਰ ਵਾਲਾ ਹੈ। ਇੱਕ ਪਰਮੇਸ਼ਰ ਦਾ ਸਰੂਪ ਹੈ ਚੱਕਰ ਚਿਹਨਾਂ ਤੋਂ 12। ਇੱਕ ਹੈ ਜਿਹੜੇ ਜਿਵੇਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸਰੀਰ ਵਿੱਚ ਆਏ, ਉਹ ਸਰਗੁਣ ਸਰੂਪ ਹੈ। ਜਿਵੇਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸਰਗੁਣ ਸਰੂਪ ਹੈ। ਹੇ ਮਨਾ, ਜਿਹੜਾ ਇੱਕ ਸਰੀਰ ਧਾਰ ਕੇ ਆ ਜਾਣਾ ਸਰਗੁਣ, ਤੇ ਇੱਕ ਜਿਹੜਾ ਸਰੀਰ ਤੋਂ ਪਰੇ ਚੱਕਰ ਚਿਹਨਾਂ ਵਾਲਾ ਨਿਰਗੁਣ ਸਰੂਪ ਹੈ ਪਰਮੇਸ਼ਰ ਦਾ, ਉਸ ਤੋਂ ਗੁਰ ਕੇ ਮਤ ਮੈਂ ਵੱਡ ਨਾਮ ਪਛਾਨੋ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਤ ਕਈ ਸਿਧਾਂਤ ਵਿੱਚ ਆ ਨਾਮ ਨੂੰ ਹੀ ਵੱਡਾ ਪਛਾਣਿਆ ਜਾਣਿਆ ਹੈ। ਜਾਂ ਨਾਗੁਣ ਤੋਂ ਸਮਝ ਲਓ ਵੀ ਨਿਰਗੁਣ, ਤੇ ਨਿਰਗੁਣ ਦਾ ਕਥਨ ਹੈ ਵੇਦਾਂ ਵਿੱਚ, ਉਪਨਿਸ਼ਦਾਂ ਵਿੱਚ। ਜੋ ਵਿਦਾਂਤ ਹੈ, ਵੇਦਾਂ ਦਾ ਅੰਤ ਗਿਆਨ ਕਾਂਡ, ਉਹ 'ਚ ਨਿਰਗੁਣ ਸਰੂਪ ਦਾ ਹੀ ਕਥਨ ਕੀਤਾ ਹੈ, ਸਭ ਬ੍ਰਹਮ ਸੱਤਾ ਦਾ ਹੀ। ਤੇ ਸਾਗੁਣ ਕਹੀਏ ਸਰਗੁਣ, 18 ਪੁਰਾਣਾਂ ਦੇ ਵਿੱਚ ਪਰਮੇਸ਼ਰ ਦੇ ਜਿਹੜੇ ਭਿੰਨ ਭਿੰਨ ਅਵਤਾਰ ਹੋਏ ਆ, ਉਹ ਸਰਗੁਣ ਸਰੂਪ ਦਾ ਹੀ ਕਥਨ ਕੀਤਾ ਹੈ। ਇਵੇਂ ਵੇਦਾਂ ਵਿੱਚ ਤੇ ਪੁਰਾਣਾਂ ਵਿੱਚ ਜਿਹੜਾ ਉਹ ਜਿਵੇਂ ਪਰਮੇਸ਼ਰ ਨੂੰ ਕਿਹਾ ਹੋਇਆ, ਉਸ ਤੋਂ ਜੋ ਗੁਰੂ ਕਾ ਮਤ ਕਹੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ, ਉਹਦੇ ਵਿੱਚ ਵੀ ਆ ਨਾਮ ਨੂੰ ਹੀ ਵੱਡਾ ਪਛਾਣਿਆ ਜਾਣਿਆ ਹੈ। ਸ੍ਰੀ ਮੁਖ ਨਾਨਕ ਗੋਬਿੰਦ ਸਿੰਘ। ਸੋਭਾ ਵਾਲੇ ਸ਼੍ਰੋਮਣੀ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਨਾਮ ਨੂੰ ਹੀ ਵੱਡਾ ਆਖਿਆ ਹੈ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਨਾਮ ਨੂੰ ਹੀ ਵੱਡਾ ਆਖਿਆ ਹੈ। ਵੱਡੋ ਸਭ ਤੇ ਕਹਿ ਨਾਮ ਬਖਾਨੋ। ਸਭ ਤੇ ਵੱਡਾ ਪਰਮੇਸ਼ਰ ਦਾ ਨਾਮ ਹੈ, ਇਹ ਨਾਮ ਹੀ ਕਹਿ ਕੇ ਬਖਾਣਿਆ ਹੈ, ਵਰਣਨ ਕੀਤਾ ਹੈ, ਕਥਨ ਕੀਤਾ ਹੈ। ਮਹਾਰਾਜ ਜੀ ਦੇ ਬਚਨ ਹੈ ਨਾ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਭਾਵ ਵੱਡਾ ਦੇ ਮਾਲਕ ਹੈ, ਵੱਡਾ ਸਾਹਿਬ ਉੱਚਾ ਥਾਓ, ਉਹਦਾ ਥਾਂ ਬੜਾ ਉੱਚਾ, ਤਖਤ ਉੱਚੇ ਉੱਪਰ। ਉਹ ਤਖਤ ਤੋਂ ਹੀ ਉੱਪਰ ਕੀ ਹੈ? ਉੱਚੇ ਉੱਪਰ ਉੱਚਾ ਨਾ ਉਹਦਾ ਨਾਮ, ਉਹਦਾ ਨਾਮ ਉਹ ਤੋਂ ਹੀ ਉੱਚਾ ਹੈ। ਨਾਮੀ ਤੇ ਨਾਮ ਵਿੱਚ ਭੇਦ ਨਹੀਂ ਹੈ, ਤੇ ਪਰ ਨਾਮ ਵੱਡਾ ਹੈ। ਕਿਵੇਂ ਨਾਮ ਵੱਡਾ ਹੈ? ਸਾਡਾ ਨਾਮ ਹੈ, ਅਸੀਂ ਕੀ ਹਾਂ? ਨਾਮੀ। ਤੇ ਜਿਹੜਾ ਰੱਖਿਆ ਹੋਇਆ ਹੈ ਉਹ ਹੈ ਨਾਮ। ਅਸੀਂ ਹੁਣ
ਕੋਈ 10 ਕਰਮਾਂ ਤੇ 20 ਕਰਮਾਂ ਤੇ ਖੜੇ ਆ ਤੇ ਸਾਡਾ ਨਾਮ ਜ਼ਿਆਦਾ ਵਿਆਪਕ ਹੈ। ਕੋਈ ਕਹੇਗਾ ਭਾਵੇਂ 10 ਜਾਣਿਆਂ 'ਚ ਖੜੇ, ਕੋਈ ਕਹੇਗਾ ਵੀ ਫਲਾਣਾ ਸਿੰਘ ਆਵੇ ਤੇ ਸਾਰੇ ਵੇਖਣ ਲੱਗ ਪੈਣਗੇ ਉਸੇ ਵੱਲ ਤੇ ਅਸੀਂ ਵੀ ਪਛਾਣ ਕਰਾਂਗੇ ਆਪਣੀ ਵੀ ਹਾਂ ਮੈਨੂੰ ਹੀ ਬੁਲਾਇਆ ਹੈ। ਕਿ ਜਾਂ ਸ਼ਕਲ ਦੱਸਣੀ ਹੈ, ਸ਼ਕਲ ਦੱਸਾਂਗੇ ਤੇ ਹੋ ਸਕਦਾ ਨਾਲ ਦਾ ਵੀ ਮਿਲਦਾ ਹੋਵੇ, ਪਰ ਜਿਹੜਾ ਨਾਮ ਹੈ ਉਹ ਜ਼ਿਆਦਾ ਵਿਆਪਕ ਹੈ। ਜੇ ਕਿਤੇ ਗਏ ਹੋਏ ਆ, ਕਿਸੇ ਨੇ ਪੁੱਛਿਆ ਵੀ ਉਹ ਫਲਾਣਾ ਕੋਈ ਹੈ ਸੀ ਇੱਥੇ, ਉਹ ਰਹਿੰਦਾ ਸੀ ਐਸੇ ਨਾਮ ਵਾਲਾ, ਕਹਾਂਗੇ ਵੀ ਹਾਂ ਹਾਂ ਉਹ ਸੀ। ਇਵੇਂ ਨਾਮ ਦੀ ਜਿਹੜੀ ਜ਼ਿਆਦਾ ਵਿਆਪਕਤਾ ਹੈ, ਇਸੇ ਤਰ੍ਹਾਂ ਪਰਮੇਸ਼ਰ ਹੈ ਨਾਮੀ, ਉਹਦਾ ਨਾਮ ਜਿਹੜਾ ਉਹ ਮਹਾਨ ਹੈ। ਨਾਮ ਜਪਿਆਂ ਇਹਦੇ ਵਾਹਿਗੁਰੂ ਪ੍ਰਗਟ ਹੁੰਦਾ ਹੈ। ਨਾਮ ਲੈਂਦੇ ਆ, ਹੁਣ ਵੀ ਵਾਹਿਗੁਰੂ ਕਹਿੰਦੇ ਆ ਵੀ ਪਰਮੇਸ਼ਰ ਦੇ ਦਰਸ਼ਨ ਹੋਣ, ਕਿਤੇ ਉਹਦੇ ਵਿੱਚ ਸਮਾ ਜਾਈਏ। ਨਾਮ ਵੱਡਾ ਹੈ। ਇਸੇ ਤਰ੍ਹਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਹੈ, ਤੋ ਸਰਬ ਨਾਮ ਕਥਾ ਕਵਨ ਕਰਮ ਨਾ ਵਰਨਤ ਸਮਤ। ਕਿ ਪਰਮੇਸ਼ਰ ਤੇਰੇ ਅਨੇਕ ਨਾਮ ਹੈ, ਕਿੰਨੇ ਕੁ ਨਾਮ ਕਹਿ ਲਈਏ। ਤੇਰੇ ਕੀਰਤਮ ਨਾਮ ਆ ਕੁਝ ਕੁ ਅਸੀਂ ਕਹਿ ਰਹੇ ਹਾਂ, ਨਮਸਕਾਰ ਕਰ ਰਹੇ ਹਾਂ। ਤੇ ਸਤਨਾਮ ਤੇਰਾ ਪਰਾਪੂਰ ਬੜਾ, ਜਿਹੜਾ ਤੇਰਾ ਸਤਨਾਮ ਹੈ ਪਰੇ ਤੋਂ ਪਰੇ ਹੈ, ਜਿਹੜਾ ਸਦਾ ਸੱਚ ਰਹਿਣ ਵਾਲਾ ਤੇ ਵੱਡਾ ਹੈ। ਇਵੇਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆ ਨਾਮ ਨੂੰ ਹੀ ਵੱਡਾ ਕਹਿ ਕੇ ਸਭ ਤੋਂ ਆ ਵਰਣਨ ਕੀਤਾ, ਪ੍ਰਗਟ ਕੀਤਾ ਹੈ। ਵੇਦ ਪੁਰਾਨ ਗ੍ਰੰਥ ਪਨੈ, 4 ਵੇਦ ਸ਼ਾਮ ਰਿਗ ਜਜਰ ਅਥਰਵਣ, ਜਿਨ੍ਹਾਂ ਵਿੱਚ 1 ਲੱਖ ਸੁਰਤੀ ਹੈ, 80,000 ਕਰਮ ਕਾਂਡ, 16,000 ਉਪਾਸਨਾ ਪੂਜਾ ਕਾਂਡ, ਇਸੇ ਤਰ੍ਹਾਂ 4,000 ਗਿਆਨ ਕਾਂਡ, ਜਿਹਦੇ ਵਿੱਚ ਬ੍ਰਹਮ ਦੀ ਹੀ ਕਥਾ ਹੈ। ਉਹ 4 ਵੇਦ ਵੀ, 18 ਪੁਰਾਣ ਵੀ, ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵੀ ਇਹੀ ਕਥਨ ਕਰਦੇ ਐ। ਕਵ ਕੋਵਿਦ ਜੇ ਸਭ ਹੀ ਮਨ ਮਾਨੋ। ਫਿਰ ਕਵੀ ਜਿਹੜੇ ਵੱਡੇ ਵੱਡੇ ਕਵੀ, ਕਵ ਆਦਿ ਸਭ ਤੋਂ ਪਹਿਲੇ ਕਵੀ ਵਾਲਮੀਕ ਜੀ, ਹੋਰ ਕਵੀ, ਫਿਰ ਕੋਵਿਦ ਕਈ ਜਿਹੜੇ ਵਿਦਵਾਨ ਹਨ, ਗਿਆਨੀ ਹੈ, ਗੁਣੀ ਪੁਰਸ਼, ਉਹਨਾਂ ਵੀ ਸਾਰਿਆਂ ਨੇ ਆ ਮਨ ਦੇ ਵਿੱਚ ਨਾਮ ਨੂੰ ਹੀ ਵੱਡਾ ਮੰਨਿਆ ਹੈ। ਉਹਨਾਂ ਮਨ ਵਿੱਚ ਨਾਮ ਨੂੰ ਮੰਨ ਕੇ ਵੱਡਾ ਤੇ ਨਾਮ ਨੂੰ ਹੀ ਮਾਨੋ ਕਹੀਏ ਮਾਣ ਦਿੱਤਾ ਹੈ। ਰੇ ਮਨ ਮੂੜ ਸੋ ਨਾਮ ਪ੍ਰਤਾਪ ਹੈ। ਹੇ ਮੇਰੇ ਮੂੜ ਮਨਾ, ਹੇ ਮੂਰਖ ਮਨਾ, ਉਹ ਜੋ ਸ੍ਰੇਸ਼ਟ ਨਾਮ ਦਾ ਪ੍ਰਤਾਪ ਹੈ, ਆ ਮਹਿਮਾ ਹੈ। ਜਾਨ ਅਜਾਨ ਭਇਓ ਕਿਮ ਜਾਨੋ। ਕਿਵੇਂ ਤੂੰ ਆ ਜਾਣਦਾ ਹੋਇਆ ਵੀ ਅਜਾਣ ਹੋਇਆ ਹੈ, ਕਿਮ ਜਾਨੋ, ਕਿਵੇਂ ਕਾਰਨ ਜਾਣੀਏ ਵੀ ਤੇਰੀ ਪਰੇਸ਼ਾਨੀ ਕੀ ਹੈ, ਤੂੰ ਕਿਉਂ ਨਹੀਂ ਜਾਣਿਆ ਹੈ। ਸੋ ਨਾਮ ਪ੍ਰਤਾਪ ਹੈ, ਜਿਹੜਾ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਹੈ ਉੱਤਮ, ਉਹਦੀ ਤੂੰ ਮਹਿਮਾ ਜਾਣ ਕੇ ਵੀ, ਭਾਵ ਜਾਣਦਾ ਵੀ ਹੈ ਕਿ ਨਾਮ ਮਹਾਨ ਹੈ ਤੇ ਜਾਣ ਕੇ ਵੀ ਅਜਾਣ ਹੋਇਆ ਹੈ। ਭਾਵ ਮੈਂ ਨਹੀਂ ਜਾਣਦਾ ਹਾਂ, ਕਿਵੇਂ ਤੂੰ ਆ ਮੰਨਦਾ ਨਹੀਂ ਹੈ। ਹੇ ਮਾਨਾ ਬੇਈਮਾਨਾ। ਸਵਈਆ ਨਾ ਗੁਣ ਤੇ ਇਮ ਜਾਨ ਵੱਡੋ। ਇਸ ਤਰ੍ਹਾਂ ਕਵੀ ਸਾਹਿਬ ਜੀ ਕਹਿ ਰਹੇ ਹੈ ਕਿ ਨਾਗੁਣ ਤੇ ਇਮ ਜਾਨ ਵੱਡੋ। ਨਾਗੁਣ ਕਹੀਏ ਜਿਹੜਾ ਨਿਰਗੁਣ ਸਰੂਪ ਪਰਮੇਸ਼ਰ ਦਾ, ਜਿਹਦਾ ਕੋਈ ਸਰੀਰ ਨਹੀਂ ਹੈ, ਜਿੱਥੇ ਪਰਮੇਸ਼ਰ ਦਾ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ। ਨਾ ਰੂਪ, ਨਾ ਰੰਗ, ਨਾ ਜਾਤ, ਨਾ ਪਾਤ, ਨਾ ਕੋਈ ਲਕੀਰ ਚਰਨਾਂ ਦੀ, ਨਾ ਮੱਥੇ ਦੀ, ਭਾਵ ਸਰੀਰ ਨਹੀਂ, ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਨਿਰਗੁਣ ਤੋਂ ਵੀ ਇਵੇਂ ਜਾਣਿਆ ਹੈ ਵੱਡਾ। ਪਰ ਪਰਮਾਤਮ ਦੇਹਨ ਮੈਂ ਸਭ ਸੋ। ਨਾਗੁਣ ਨਿਰਗੁਣ ਤੇ ਇਮ ਜਾਣ ਵੱਡਾ, ਕਿ ਜਿਹੜਾ ਪਰਮ ਆਤਮਾ ਪਰਮੇਸ਼ਰ ਦੀ ਚੇਤਨ ਸੱਤਾ ਹੈ, ਉਹ ਸਾਰੇ ਦੇਹਨ ਮੈਂ ਸਭ ਸੋ। ਉਹ ਪਰਮਾਤਮਾ ਹੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ। ਉਹਦੀ ਜੋਤ ਜਿਹੜੀ ਚੇਤਨ ਸੱਤਾ ਹੈ, ਜੋ ਹਾਥੀ ਪਰਯੰਤ ਤੋਂ ਲੈ ਕੇ
ਤੇ ਕੀੜੀ ਤੱਕ, ਕੀੜੀ ਤੋਂ ਲੈ ਕੇ ਹਾਥੀ ਤੱਕ, ਹੋਰ ਵੀ ਜਿੰਨੇ ਵੱਡੇ ਜੀਵ ਹੈ ਸਾਰਿਆਂ ਵਿੱਚ, ਸਾਰੀਆਂ ਦੇਹਾਂ ਵਿੱਚ ਉਹ ਸਰਬ ਆਤਮਾ ਪਰਮੇਸ਼ਰ ਦੀ ਹੀ ਚੇਤਨ ਸੱਤਾ ਹੈ। ਉਹਦੀ ਚੇਤਨ ਸੱਤਾ ਕਰਕੇ ਅਸੀਂ ਚੱਲ ਫਿਰ ਰਹੇ ਹਾਂ। ਜਦੋਂ ਉਹਦੀ ਚੇਤਨ ਸੱਤਾ ਨਿਕਲ ਜਾਏਗੀ, ਇਹ ਸਰੀਰ ਜਿੱਥੇ ਖੜਾ ਹੈ, ਜਿੱਥੇ ਬੈਠਾ ਹੈ, ਉੱਥੇ ਢੇਰੀ ਹੋ ਜਾਏਗਾ। ਇਵੇਂ ਨਿਰਗੁਣ ਦੇ ਇਮ ਜਾਣ ਵੱਡਾ ਕਿ ਉਹ ਜੋ ਸਰਬ ਆਤਮਾ ਹੈ, ਪਰਮ ਆਤਮਾ, ਮਹਾਨ ਵੱਡੀ ਆਤਮਾ, ਉਹ ਸਾਰਿਆਂ ਦੇ ਦੇਹਾਂ ਵਿੱਚ ਹੀ ਆ ਸਮਾਈ ਹੋਈ ਹੈ। ਚੇਤਨ ਕੇ ਅਵਲੰਬਤ ਹੋਵੇ। ਉਹ ਚੇਤਨ ਜਿਹੜਾ ਪ੍ਰਕਾਸ਼ ਹੈ, ਜੋ ਓੰਕਾਰ ਸਰਬ ਪ੍ਰਕਾਸ਼ਕ ਹੈ, ਉਹ ਚੇਤਨ ਸੱਤਾ ਦਾ ਹੀ ਅਵਲੰਬਤ ਕਹੀਏ ਆਸਰੇ ਹੋ ਕਰਕੇ। ਨਰ ਨਾਰ ਬਿਰਾਜਤ ਜੰਗਮ ਜੋ। ਨਰ ਜਿਹੜੇ ਪੁਰਸ਼ ਹੈ, ਨਾਰ ਜਿਹੜੀਆਂ ਇਸਤਰੀਆਂ ਹੈ, ਜੰਗਮ ਜਿਹੜੇ ਤੁਰ ਸਕਦੇ ਹੈ, ਪੰਛੀ ਜੀਵ ਜੰਤੂ ਜਿੰਨੇ ਵੀ, ਤੇ ਜੋ ਕਿ ਜਿਹੜੇ ਜੜ ਹੈ, ਭਾਵ ਜਿਵੇਂ ਪੱਥਰ ਹੈ ਉਹ ਜੜ ਹੈ, ਜਿਵੇਂ ਰੁੱਖ ਹੈ ਉਹ ਚੇਤਨ ਜੜ ਇਕੱਠਾ ਹੀ ਹੈ। ਚੇਤਨਤਾ ਵੀ ਹੈ ਤੇ ਜੜ ਵੀ ਹੈ। ਜੜ ਕਿਉਂਕਿ ਤੁਰ ਫਿਰ ਨਹੀਂ ਸਕਦਾ ਰੁੱਖ, ਪੱਥਰ ਵੀ ਨਹੀਂ ਤੁਰ ਫਿਰ ਸਕਦਾ। ਇਵੇਂ ਉਹ ਪੱਥਰਾਂ ਵਿੱਚ, ਰੁੱਖਾਂ ਵਿੱਚ ਜਿਹੜੇ ਜੰਗਮ ਪੰਛੀ ਪਸ਼ੂ ਤੁਰ ਸਕਦੇ ਆ, ਤੁਰਨ ਵਾਲਿਆਂ ਵਿੱਚ ਜਿਹੜੇ ਜੜ ਇੱਕ ਥਾਂ ਹੀ ਰੁਕੇ ਹੋਏ, ਪਹਾੜ ਆਦਿਕ ਤੇ ਨਰ ਨਾਰੀਆਂ, ਉਹ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਦੀ ਚੇਤਨ ਸੱਤਾ ਹੀ ਆ ਚੱਲ ਰਹੀ ਹੈ। ਉਹਦੇ ਆਸਰੇ ਹੋ ਕੇ ਸਾਰੇ ਵਿਰਾਜ ਰਹੇ ਆ, ਆ ਫੱਬ ਰਹੇ ਹਨ। ਹੋਵਤ ਹੀ ਤੇ ਕੇ ਘਟ ਮੈਂ। ਵੇਖ ਲੋ ਪਰਮੇਸ਼ਰ ਦੀ ਚੇਤਨ ਸੱਤਾ ਸਾਰਿਆਂ ਦੇ ਅੰਤਹਿਕਰਨ ਰੂਪੀ ਘਰ ਵਿੱਚ ਹੈ। ਬੱਸੀ ਰੱਬ ਹਿਆਲੀ ਹੈ। ਪਰਮੇਸ਼ਰ ਸਾਰੇ ਜੀਵਾਂ ਦੇ ਹਿਰਦਿਆਂ ਵਿੱਚ ਹੈ। ਹੋਵਤ ਹੀ ਤੇ ਕੇ ਘਟ ਮੈਂ, ਉਸ ਪਰਮੇਸ਼ਰ ਦੇ ਹੁੰਦਿਆਂ ਹੋਇਆਂ ਵੀ ਆ ਸਰੀਰਾਂ ਦੇ ਵਿੱਚ ਜਾਂ ਹਿਰਦਿਆਂ ਦੇ ਵਿੱਚ। ਨਰ ਜੀਵ ਦੁਖੀ ਭਵ ਮੈਂ ਸਭ ਕੋ। ਫੇਰ ਵੀ ਸਾਰੇ ਜਿਹੜੇ ਜੀਵ ਹੈ ਪਰਮੇਸ਼ਰ ਅੰਦਰ ਹੀ ਵਸ ਰਿਹਾ ਹੈ। ਸਾਰੇ ਜੀਵ ਜੰਤੂ, ਛੋਟੇ ਵੱਡੇ, ਪਸ਼ੂ ਪੰਛੀ, ਮਨੁੱਖ, ਇਸਤਰੀਆਂ, ਇਹ ਸਾਰੇ ਵੇਖ ਲਓ ਦੁਖੀ ਹੈ ਸੰਸਾਰ ਵਿੱਚ। ਪਰਮਾਤਮਾ ਕਿਤੇ ਗਿਆ ਨਹੀਂ ਹੈ, ਪਰ ਅਗਿਆਨ ਦੇ ਕਰਕੇ, ਬੇਸਮਝੀ ਦੇ ਕਰਕੇ, ਭੇਦ ਗਿਆਨ ਕਰਕੇ ਸਾਧ ਸੰਗਤ ਜੀ ਅਸੀਂ ਸਾਰੇ ਦੁਖੀ ਹਾਂ। ਕੌਣ ਨਹੀਂ ਹੈ ਦੁਖੀ? ਬੰਦਾ ਹਰ ਇੱਕ ਕਹਿੰਦਾ ਹੈ, ਉਹਨੂੰ ਪੁੱਛੋ ਆਪਣੀ ਗੱਲ ਸੁਣਾਓ, ਉਹ ਕਹਿੰਦਾ ਹੁਣ ਮੇਰੀ ਸੁਣ, ਮੈਂ ਕਿੰਨਾ ਦੁਖੀ ਹਾਂ। ਤੇ ਜਦੋਂ ਕਿ ਜਿਹੜੀ ਅੰਤਰ ਆਤਮਾ ਹੈ ਸਾਧ ਸੰਗਤ ਜੀ, ਉਹਨੂੰ ਕੋਈ ਦੁੱਖ ਨਹੀਂ ਹੈ। ਨਾ ਉਹ ਕੱਟੀ ਜਾਂਦੀ ਹੈ, ਨਾ ਵੱਢੀ ਜਾਂਦੀ ਹੈ, ਨਾ ਉਹ ਸੜਦੀ ਹੈ, ਨਾ ਉਹ ਡੁੱਬਦੀ ਹੈ। ਦੁੱਖ ਸੁੱਖ ਹੈ ਮਨ ਦਾ ਧਰਮ, ਵੈਰ ਵਿਰੋਧ ਹੈ ਮਨ ਦੇ ਵਿੱਚ। ਆਪਾਂ ਕਹਿ ਹੀ ਦਿੰਦੇ ਹਾਂ ਵੀ ਤੂੰ ਉਹਦੇ ਨਾਲ ਕਿਉਂ ਨਹੀਂ ਬੋਲਦਾ, ਮੇਰੇ ਮਨ ਨੇ ਮਨਾ ਕੀਤਾ, ਇਹਨੂੰ ਕੋਣਾ ਤੱਕ ਨਹੀਂ ਹੈ, ਬੁਲਾਉਣਾ ਤੱਕ ਨਹੀਂ ਹੈ, ਇਹ ਮੇਰਾ ਵੱਡਾ ਦੁਸ਼ਮਣ ਹੈ। ਤੈਨੂੰ ਕਿਹਨੇ ਕਹਿ ਦਿੱਤਾ ਵੀ ਤੇਰਾ ਵੱਡਾ ਦੁਸ਼ਮਣ ਹੈ? ਇਹਨੇ ਮੇਰਾ ਮਨ ਕਹਿੰਦਾ ਹੈ। ਸਾਰਾ ਕਸੂਰ ਕਿਹਦਾ ਹੈ? ਮਨ ਦਾ। ਇਹ ਮਨ ਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ। ਆਤਮਾ ਕਦੀ ਮਰਦੀ ਨਹੀਂ ਹੈ, ਕਿਉਂਕਿ ਆਤਮਾ ਹੈ ਪ੍ਰਕਾਸ਼ ਵਾਲੀ। ਇਹ ਮਨ, ਬੁੱਧ, ਚਿੱਤ, ਅਹੰਕਾਰ, ਮਨ ਤੇ ਬੁੱਧ, ਪੰਜ ਪ੍ਰਾਣ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਸੂਖਮ ਸਰੀਰ ਜਿਹੜਾ, ਇਹ ਸਥੂਲ ਸਰੀਰ ਜਿਹੜਾ ਬਾਹਰੀ ਸਰੀਰ ਹੈ ਸਾਡਾ ਦਿਸ ਰਿਹਾ, ਇਹ ਸੜ ਜਾਂਦਾ ਹੈ। ਉਹ 17 ਤੱਤ ਜਿਹੜੇ ਅਗਲੇ ਸਰੀਰ ਵਿੱਚ ਪ੍ਰਵੇਸ਼ ਕਰਦੇ ਹੈ ਅਤੇ ਪਰਮੇਸ਼ਰ ਦੀ ਜਿਹੜੀ ਜੋਤ ਹੈ ਉਹ ਪ੍ਰਕਾਸ਼ ਕਰਦੀ ਹੈ। ਜਿਵੇਂ ਬੱਤੀ ਹੈ, ਵੇਖੋ ਸਾਹਮਣੇ, ਬੱਤੀ ਦਾ ਕੰਮ ਹੈ ਬਸ ਪ੍ਰਕਾਸ਼ ਕਰਨਾ। ਟੂਪਾਂ, ਪੱਖੇ ਭਾਵੇਂ ਹਜ਼ਾਰ ਬਦਲੀ ਜਾਓ, ਬੱਤੀ ਤਾਂ ਨਹੀਂ ਬਦਲਦੀ, ਬੱਤੀ ਤਾਂ ਉਹੀ ਹੈ। ਬੱਤੀ ਦਾ ਕੰਮ ਹੈ ਪ੍ਰਕਾਸ਼ ਕਰਨਾ। ਸੋਟਾ ਲੈ ਕੇ ਮਾਰੋ
ਟੂਬ ਤੇ ਟੂਬ ਟੁੱਟੇਗੀ, ਬੱਤੀ ਨੇ ਤਾਂ ਕੁਝ ਨਹੀਂ ਜਾਣਾ ਹੈ। ਬੱਤੀ ਉਸੇ ਤਰ੍ਹਾਂ ਹੀ। ਦਾਤਰ ਲੈ ਕੇ ਤਾਰ ਨੂੰ ਵੱਢੀ ਜਾਓ, ਤਾਰ ਵੱਢੀ ਜਾਏਗੀ, ਬੱਤੀ ਤਾਂ ਨਹੀਂ ਵੱਢੀ ਜਾਏਗੀ। ਇਸੇ ਤਰ੍ਹਾਂ ਆਤਮਾ ਸਾਧ ਸੰਗਤ ਜੀ ਉਹ ਪ੍ਰਕਾਸ਼ ਦੇ ਰਹੀ ਹੈ, ਬਸ ਕਰੰਟ ਦੇ ਰਹੀ ਹੈ ਸਰੀਰ ਨੂੰ। ਆਤਮਾ ਵੱਢੀ ਨਹੀਂ ਜਾਂਦੀ, ਟੁੱਕੀ ਨਹੀਂ ਜਾਂਦੀ। ਆਤਮਾ ਨੂੰ ਕੋਈ ਦੁੱਖ ਨਹੀਂ ਹੈ। ਦੁੱਖ ਹੈ ਮਨ ਨੂੰ, ਭੁੱਖ ਹੈ ਪ੍ਰਾਣਾਂ ਨੂੰ, ਮਰਨਾ ਜੰਮਣਾ ਹੈ ਸਰੀਰ ਦਾ। ਪਰ ਹੈ ਤੇ ਮਨ ਦਾ ਦੁੱਖ, ਖੜਿਆ ਕਿਹਦੇ ਵਿੱਚ ਹੈ? ਆਤਮਾ ਵਿੱਚ ਜਾ ਕੇ। ਮੈਂ ਦੁਖੀ ਹਾਂ, ਦੁਖੀ ਤਾਂ ਹੈ ਮਨ, ਪਰ ਬੰਦਾ ਕਹਿੰਦਾ ਮੈਂ ਦੁਖੀ ਹਾਂ। ਮਤਲਬ ਮੈਂ ਜਿਹੜਾ ਸ਼ਬਦ ਆਤਮਾ ਦਾ ਹੈ। ਹੁਣ ਬ੍ਰਹਮ ਗਿਆਨੀਆਂ ਨੇ ਗਿਆਨ ਜਾਣਿਆ, ਜਿਹਦੇ ਕਰਕੇ ਸਰੀਰ ਭਾਈ ਮਣੀ ਸਿੰਘ ਜੀ ਦਾ ਟੋਟੇ ਟੋਟੇ ਹੋ ਰਿਹਾ। ਉਹਨਾਂ ਆਪਣੇ ਆਤਮ ਸਰੂਪ ਨੂੰ ਜਾਣਿਆ। ਸਰੀਰ ਕੱਟਿਆ ਜਾ ਰਿਹਾ, ਕੋਈ ਦਰਦ ਨਹੀਂ ਹੈ। ਕਿਉਂ ਨਹੀਂ ਦਰਦ? ਕਿਉਂਕਿ ਇਹ ਸਰੀਰ ਦਾ ਧਰਮ ਹੈ, ਕੱਟਿਆ ਜਾ ਰਿਹਾ ਸਰੀਰ, ਆਤਮਾ ਤੇ ਨਹੀਂ ਕੱਟੀ ਜਾਂਦੀ। ਇਹ ਅਵਸਥਾ ਬੜੀ ਉੱਚ ਅਵਸਥਾ ਹੈ ਬ੍ਰਹਮ ਗਿਆਨ ਦੀ, ਜੀਵਨ ਪਦਵੀ, ਜੀਵਨ ਮੁਕਤ ਦੀ ਅਵਸਥਾ ਹੈ। ਇਹਨੂੰ ਸਮਝਣ ਵਾਸਤੇ ਬੜੀ ਗੁਰਬਾਣੀ, ਬੜਾ ਨਾਮ, ਅਭਿਆਸ, ਸਾਧ ਸੰਗਤ ਜੀ ਚਾਹੀਦਾ ਹੈ। ਇਹ ਤੇ ਗ੍ਰੰਥਾਂ ਵਿੱਚ ਲਿਖੇ ਮੁਤਾਬਕ ਸਾਡੇ ਵਰਗੇ ਵੀ ਉਹ ਪੜ੍ਹ ਕੇ ਸੁਣਾਈ ਜਾਂਦੇ ਹੈ, ਪਰ ਅਨੁਭਵ ਤੇ ਜਿਹੜਾ ਅੰਤਰ ਆਤਮਾ ਆਪਣੇ ਆਪ ਦਾ ਗਿਆਨ ਹੋਣਾ, ਇਹ ਸਭ ਦੇ ਵੱਸ ਦਾ ਰੋਗ ਨਹੀਂ ਹੈ। ਗੁਰੂ ਕਿਰਪਾ ਕਰਨ ਤੇ ਹੋ ਸਕਦਾ ਹੈ। ਇਵੇਂ ਪਰਮੇਸ਼ਰ ਤੇ ਹੈ ਅੰਦਰ ਵਸਦਾ, ਉਹਦੀ ਜੋਤ ਪ੍ਰਕਾਸ਼ ਕਰ ਰਹੀ ਹੈ ਸਰੀਰ ਨੂੰ। ਉਹਦੇ ਅੰਦਰ ਹੁੰਦਿਆਂ ਹੋਇਆਂ ਵੀ ਉਹ ਪਰਮਾਤਮਾ ਦੇ ਹੈ ਸੁਖ ਸਰੂਪ, ਆਨੰਦ ਸਰੂਪ, ਅਕਾਲ ਮੂਰਤ। ਉਹਦੇ ਹੁੰਦਿਆਂ ਹੋਇਆਂ ਵੀ ਜੀਵ ਜੰਤੂ, ਪਸ਼ੂ ਪੰਛੀ, ਛੋਟੇ ਛੋਟੇ ਕੀੜੇ ਮਕੌੜੇ, ਜਾਨਵਰ ਆਦਿ, ਇਹ ਬੰਦਾ, ਇਹ ਇਸਤਰੀ, ਸਾਰੇ ਭਵ ਮੰਡਲ ਦੇ ਵਿੱਚ ਫਿਰ ਵੀ ਦੁਖੀ ਹੋ ਰਹੇ ਹਨ। ਨਾਮ ਜਪੈ ਜਬ ਹੀ ਸੁਖ ਸਾਗਰ। ਜੋ ਸੁੱਖਾਂ ਦਾ ਸਾਗਰ ਪਰਮੇਸ਼ਰ ਹੈ, ਜਦੋਂ ਉਹਦਾ ਕੋਈ ਹੀ ਕਹੀਏ ਹਿਰਦੇ ਦੇ ਵਿੱਚ, ਜਦੋਂ ਕੋਈ ਨਾਮ ਜਪ ਲੈਂਦਾ ਹੈ ਬ੍ਰਹਮ ਗਿਆਨੀ ਸੰਤ, ਚੇਤਨ ਚੀਤ ਉਦੋਤ ਸੋਹੋ। ਉਹ ਚੇਤਨ ਪ੍ਰਕਾਸ਼ਕ, ਉਹ ਸੱਤਾ ਵਾਲਾ ਪਰਮਾਤਮਾ ਅਦੋਤ ਪ੍ਰਗਟ ਹੋ ਜਾਂਦਾ ਹੈ, ਸਾਖਿਆਤਕਾਰ ਹੋ ਹੁੰਦਾ ਹੈ। ਜਦੋਂ ਕੋਈ ਨਾਮ ਦੀ ਕਮਾਈ ਕਰਦਾ ਹੈ, ਹਿਰਦੇ ਵਿੱਚ ਹੀ ਉਸ ਪਰਮੇਸ਼ਰ ਨੂੰ ਪ੍ਰਗਟ ਕਰ ਲੈਂਦਾ ਹੈ, ਸਰੀਰਾਂ ਤੋਂ ਪਰੇ ਹੋ ਜਾਂਦਾ। ਨਾ ਕਾਰਨ ਸਰੀਰ ਰਹਿੰਦਾ ਉੱਥੇ, ਜਿਹਦੇ ਕਰਕੇ ਦੋ ਸਰੀਰ ਸਾਡੇ ਹੋਏ ਹੈ, ਸਥੂਲ ਤੇ ਸੂਖਮ। ਕਾਰਨ ਤੋਂ ਸੂਖਮ, ਸੂਖਮ ਤੋਂ ਸਥੂਲ। ਸਥੂਲ ਦੇ ਹੈ ਪੰਜ ਤੱਤਾਂ ਦੀ, ਜਿਹੜੇ ਆਕਾਸ਼, ਧਰਤੀ, ਅਗਨੀ, ਜਲ, ਹਵਾ। ਜਿਹੜਾ ਸਾਹਮਣੇ ਸਰੀਰ ਸਾਡਾ ਦਿਖਦਾ ਤੁਰਦਾ ਫਿਰਦਾ ਹੈ ਪੰਜ ਤੱਤਾਂ ਤੋਂ। ਜਿਹੜਾ ਅੰਦਰ ਸੂਖਮ ਸਰੀਰ ਹੈ ਉਹ 17 ਤੱਤਾਂ ਤੋਂ। ਮਨ, ਬੁੱਧ, 5 ਪ੍ਰਾਣ ਤੇ 10 ਕਰਮ ਇੰਦਰੀਆਂ 5 ਤੇ ਗਿਆਨ ਇੰਦਰੀਆਂ 5। 17 ਤੱਤਾਂ ਦਾ ਸਰੀਰ। ਉਹ ਤੋਂ ਅੱਗੇ ਅਗਿਆਨ ਕਾਰਨ ਸਰੀਰ, ਤੇ ਉਹ ਤੋਂ ਅੱਗੇ ਹੈ ਸਾਧ ਸੰਗਤ ਜੀ ਆਤਮਾ। ਆਤਮਾ ਪਰੇ ਹੈ ਤਿੰਨ ਸਰੀਰਾਂ ਤੋਂ। ਇਵੇਂ ਸੁੱਖ ਸਾਗਰ ਪਰਮੇਸ਼ਰ ਨੂੰ ਜਦੋਂ ਕੋਈ ਬ੍ਰਹਮ ਗਿਆਨੀ ਆਤਮ ਸਰੂਪ ਨੂੰ ਜਾਣਦਾ ਹੋਇਆ ਜਪ ਲੈਂਦਾ ਹੈ, ਉਹਦੇ ਅੰਦਰ ਹੀ ਉਹ ਜਿਹੜੀ ਆਤਮਾ ਦੇ ਪੜਦੇ ਪਏ ਹੋਏ ਸੀ ਭਰਮ ਦੇ, 5 ਪ੍ਰਕਾਰ ਦਾ ਭਰਮ, 5 ਪ੍ਰਕਾਰ ਦੇ ਕੋਸ਼, ਉਹ ਮਿਟ ਜਾਂਦੇ ਹੈ ਤੇ ਉਹ ਸਾਖਿਆਤਕਾਰ ਪ੍ਰਭੂ ਪਰਮਾਤਮਾ ਹੋ ਜਾਂਦਾ ਹੈ। ਸਵਈਆ ਸੰਗੁਣ ਤੇ ਵਦ ਜਾਣਤ ਹੈ ਇਵ। ਸੰਗੁਣ ਤੇ ਵਦ ਜਾਣਤ ਹੈ ਇਵ। ਇਵੇਂ ਜੋ ਸਰਗੁਣ ਸਰੀਰ ਹੈ, ਜਿਹੜਾ ਗੁਣਾਂ ਦੇ ਸਹਿਤ ਸਰੀਰ ਹੈ, ਪ੍ਰਤੱਖ ਦਿਖਾਈ ਦੇਣ ਵਾਲਾ, ਉਹਦੇ ਤੋਂ ਵੱਧ ਇਵੇਂ ਜਾਣਿਆ ਹੈ। ਜੇ ਰਸ ਜਾਪ ਮੈਂ ਲੀਨ ਵਿਸਾਲਾ। ਉਸ ਤੋਂ ਸਰਗੁਣ ਤੋਂ ਨਾਮ ਨੂੰ ਵੱਧ ਇਵੇਂ ਜਾਣਿਆ ਤਤ ਬੇਤੇ ਬ੍ਰਹਮ ਗਿਆਨੀਆਂ ਨੇ ਕਿ ਜੇ ਰਸ, ਜਿਹੜੇ ਇਸ ਨਾਮ ਦਾ ਰਸ ਲੈਂਦੇ ਜਪਦਿਆਂ ਹੋਇਆਂ, ਪਰਮੇਸ਼ਰ ਦੇ ਨਾਮ ਨੂੰ ਜਪਦਿਆਂ ਹੋਇਆਂ,
ਤੇ ਗੁਰੂ ਦੀ ਆਗਿਆ ਵਿੱਚ ਰਹਿ ਕੇ ਨਾਮ ਜਪਦੇ ਹੈ। ਨਾਮੇ ਹੀ ਤੇ ਸਭ ਕੁਛ ਹੁਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੈ ਸਾਧ ਨਾ ਜਾਪੈ। ਗੁਰੂ ਦਾ ਸ਼ਬਦ ਮਹਾਨ ਰਸ ਵਾਲਾ ਹੈ, ਗੁਰੂ ਦੀ ਕਥਾ ਮਹਾਨ ਰਸ ਵਾਲੀ ਹੈ, ਪਰ ਗੁਰ ਕਾ ਸ਼ਬਦ ਮਹਾਰਸ ਮੀਠਾ, ਬਿਨ ਚਾਖੈ ਸਾਧ ਨਾ ਜਾਪੈ। ਬਿਨ ਚੱਖੇ ਤੋਂ ਸਵਾਦ ਆ ਹੀ ਨਹੀਂ ਸਕਦਾ। ਜਿੰਨਾ ਚਿਰ ਗੁੜ ਖਾਦਾ ਨਹੀਂ ਹੈ ਤੇ ਕਹੀ ਜਾਵੇ ਗੁੜ ਗੁੜ ਗੁੜ, ਤੇ ਮੂੰਹ ਮਿੱਠਾ ਹੋਣ ਵਾਲਾ ਨਹੀਂ ਗਾ। ਮੂੰਹ 'ਚ ਰੱਖੂਗਾ ਤੇ ਗੁੜ ਨਾਲ ਮੂੰਹ ਮਿੱਠਾ ਹੋਵੇਗਾ। ਜਿੰਨਾ ਚਿਰ ਪਰਮੇਸ਼ਰ ਦੇ ਨਾਮ ਦਾ ਰਸ ਚੱਖਿਆ ਨਹੀਂ ਹੈ, ਨਾਮ ਨੂੰ ਹਿਰਦੇ 'ਚ ਵਸਾਇਆ ਨਹੀਂ ਹੈ, ਖੜਿਆ ਨਹੀਂ ਹੈ, ਉਹਨਾਂ ਚਿਰ ਰਸਨਾ ਨਾਲ ਵੀ ਆਨੰਦ ਨਹੀਂ ਆਉਣ ਵਾਲਾ। ਕਿਉਂਕਿ ਵਿਸ਼ੇ ਵਿਕਾਰਾਂ ਕਰਕੇ ਹੀ ਬਿਮਾਰ ਬੜੇ ਆ। ਬਿਮਾਰ ਨੂੰ ਮਿਸ਼ਰੀ ਖਵਾਓ ਤੇ ਕੌੜੀ ਲੱਗਦੀ ਉਹਨੂੰ। ਮਲੇਰੀਆ ਹੋਇਆ ਹੈ ਤੇ ਅਮਰੂਦ ਖਵਾਓ, ਸੇਬ ਖਵਾਓ, ਮਿੱਠੇ ਫਲ ਨਾਰ ਖਵਾਓ, ਬਕਲੇ ਲੱਗਣਗੇ। ਇਸੇ ਤਰ੍ਹਾਂ ਹੀ ਬਿਮਾਰ ਹੈ ਵਿਸ਼ਿਆਂ ਕਰਕੇ, ਤੇ ਨਾਮ ਦਾ ਰਸ ਕਿੱਥੇ ਆਵੇ। ਜਿਹ ਰਸ ਵਿਸਰ ਗਏ ਰਸ ਔਰ। ਜਦੋਂ ਹੋਰ ਰਸ, ਬਾਹਰੀ ਰਸ ਮੁੱਕ ਜਾਣ ਪਦਾਰਥਾਂ ਦੇ ਖਾਣ ਪੀਣ ਵਾਲੇ, ਤੇ ਫਿਰ ਜਿਹ ਰਸ, ਇਹ ਆਤਮਿਕ ਰਸ ਆਉਂਦਾ ਹੈ। ਇੱਥੇ ਕਵੀ ਸਾਹਿਬ ਜੀ ਕਹਿ ਰਹੇ ਹੈ, ਜਿਹੜੇ ਮਹਾਂਪੁਰਸ਼ ਨਾਮ ਨੂੰ ਜਪ ਕੇ ਗੁਰੂ ਦੀ ਕਿਰਪਾ ਨਾਲ ਤੇ ਰਸ ਦੇ ਵਿੱਚ ਵਿਸ਼ਾਲ ਕਹੀਏ, ਵਿਸ਼ੇਸ਼ ਕਰਕੇ ਬਹੁਤਾ ਹੀ ਆ ਲੀਨ ਹੋ ਜਾਂਦੇ ਇੱਕ ਮਿਕ। ਪ੍ਰੇਮ ਸੋ ਨਾਮ ਵਸਿਓ ਜਪ ਹੀ। ਜਦੋਂ ਪ੍ਰੇਮ ਦੇ ਬਿਨਾਂ ਇਹ ਨਾਮ ਜਪਿਆ ਨਹੀਂ ਜਾ ਸਕਦਾ। ਜਦੋਂ ਪ੍ਰੇਮ ਦੇ ਨਾਲ ਹੀ ਕਹੀਏ ਹਿਰਦੇ ਦੇ ਵਿੱਚ ਨਾਮ ਜਦੋਂ ਵਸ ਜਾਂਦਾ ਹੈ, ਤਬ ਗੋਚਰ ਹੋਤ ਸਰੂਪ ਕਿਰਪਾਲਾ। ਜੋ ਕਿਰਪਾਲੂ ਦਿਆਲੂ ਹੈ ਪਰਮੇਸ਼ਰ ਦਾ ਸਰੂਪ, ਤਬ ਗੋਚਰ ਉਹ ਸਾਹਮਣੇ ਹੋ ਜਾਂਦਾ ਹੈ, ਸਾਖਿਆਤ ਹੋ ਜਾਂਦਾ, ਪ੍ਰਗਟ ਹੋ ਜਾਂਦਾ ਹੈ। ਗੋਚਰ ਕਹੀਏ, ਜਿਹੜੀਆਂ ਇੰਦਰੀਆਂ ਨਾਲ ਵੀ ਫਿਰ ਉਹਦੇ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਸਰਗੁਣ ਸਰੂਪ ਦੇ। ਗਿਆਨ ਇੰਦਰੀਆਂ ਆ ਨੇਤਰਾਂ ਦੇ ਰਾਹੀਂ, ਨੱਕ ਦੇ ਰਾਹੀਂ ਉਸ ਦੀ ਸੁਗੰਧੀ ਆਉਣ ਲੱਗਦੀ ਹੈ, ਕੰਨਾਂ ਦੇ ਰਾਹੀਂ ਉਸ ਦਾ ਉਪਦੇਸ਼ ਸਰਵਣ ਹੁੰਦਾ ਹੈ, ਰਸਨਾ ਰਾਹੀਂ ਉਸ ਦੀ ਮਹਿਮਾ ਹੁੰਦੀ ਹੈ, ਚਮੜੀ ਰਾਹੀਂ ਉਹ ਪਰਮੇਸ਼ਰ ਮਹਿਸੂਸ ਹੁੰਦਾ ਹੈ। ਇਵੇਂ ਉਹ ਕਿਰਪਾਲੂ ਸਰੂਪ ਜਿਹੜਾ ਗੋਚਰ ਕਹੀਏ ਸਾਹਮਣੇ ਪ੍ਰਗਟ ਹੋ ਜਾਂਦਾ ਹੈ ਜਾਂ ਅਦੋਤ ਹੋ ਜਾਂਦਾ ਹੈ, ਸਾਖਿਆਤ ਹੋ ਜਾਂਦਾ ਹੈ। ਯਾਹੀ ਤੇ ਨਾਮ ਅਧੀਨ ਸਰੂਪ ਲਖਿਓ। ਯਾਹੀ ਤੇ ਨਾਮ ਅਧੀਨ ਸਰੂਪ ਲਖਿਓ। ਇਸੇ ਕਰਕੇ ਹੀ, ਇਸੇ ਵਾਸਤੇ ਜਿਹੜਾ ਨਾਮ ਹੈ, ਨਾਮ ਦੇ ਅਧੀਨ ਉਸ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਹੈ। ਭਗਤਨ ਭਲੀ ਮਤਸ਼ਾਲਾ ਲਖਿਓ। ਭਗਤਨ ਭਲੀ ਮਤਸ਼ਾਲਾ। ਜਿਹੜੇ ਭਗਤ ਰੱਬ ਦੇ, ਜਿਹੜੇ ਭਾਉ ਪ੍ਰੇਮ ਵਾਲੇ ਹੈ, ਗਿਆਨੀ ਹੈ, ਤਿਆਗੀ ਹੈ ਸੰਸਾਰ ਦੇ ਪਦਾਰਥਾਂ ਤੋਂ, ਉਹਨਾਂ ਭਗਤਾਂ ਨੇ ਆ ਭਲੀ ਚੰਗੀ ਮਤ ਨਾਲ ਹੀ, ਚੰਗੀ ਤਰ੍ਹਾਂ ਇਹ ਬੁੱਧੀ ਦੇ ਉਹ ਜੋ ਘਰ ਹੈ, ਉਹਨਾਂ ਨੇ ਉਸ ਪਰਮੇਸ਼ਰ ਨੂੰ ਜਾਣਿਆ ਕਿ ਉਹ ਵਾਹਿਗੁਰੂ ਜਿਹੜਾ ਹੈ ਨਾਮ ਦੇ ਹੀ ਅਧੀਨ ਹੈ, ਕਿਉਂਕਿ ਨਾਮ ਦੇ ਨਾਲ ਹੀ ਸਭ ਕੁਝ ਹੋਇਆ ਹੈ। ਧਾਰ ਹਿਰਦੇ ਤਜ ਬੋ ਨਾ ਕਰੈ ਨਿਸਬਾਸੁਰ। ਧਾਰ ਹਿਰਦੇ ਤਜਬੋ ਨਾ ਕਰੇ, ਇੱਥੇ ਵਿਸ਼ਰਾਮ ਹੈ। ਉਹ ਹਿਰਦੇ ਵਿੱਚ ਧਾਰ ਕੇ ਤੇ ਕਦੇ ਉਹ ਵਿਸਾਰਨਾ ਹੀ ਨਹੀਂ ਚਾਹੁੰਦੇ। ਐਸਾ ਹਿਰਦੇ 'ਚ ਧਾਰਿਆ ਹੈ, ਉਹ ਛੱਡਣਾ ਹੀ ਨਹੀਂ ਕਰਦੇ। ਇਹੀ ਕਹਿੰਦੇ ਹੈ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਹੇ ਰਮਈਆ, ਮੈਨੂੰ ਆਪਣੇ ਤੋਂ ਵਿਸਾਰ ਨਾ, ਮੈਨੂੰ ਦੂਰ ਨਾ ਕਰ, ਮੇਰਾ ਤੇ ਜੀਵਨ ਹੁਣ ਤੇਰੇ ਨਾਲ ਹੈ। ਐਵੇਂ ਹਿਰਦੇ 'ਚ ਧਾਰਨ ਕੀਤਾ ਹੋਇਆ ਹੈ, ਮਹਿਮਾ ਕਰੀ ਜਾਂਦੇ ਹੈ। ਇਹ ਪਰਮੇਸ਼ਰ, ਇਹ ਨਾਮ ਦੇ ਨਾਲ ਤੇ ਸਭ ਕੁਝ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਗਾਸ ਪਤਾਲ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਧਰੇ ਸੁਨ ਸਰਾਵਣ। ਵੀ ਨਾਮ ਦੇ ਧਾਰੇ ਹੀ ਹੈ, ਨਾਮ ਦੇ ਆਸਰੇ ਇਹ ਪਤਾਲ ਹੈ, ਇਹ ਆਕਾਸ਼ ਹੈ, ਧਰਤੀਆਂ ਹੈ, ਇਹ ਖੰਡ ਹੈ, ਇਹ ਬ੍ਰਹਿਮੰਡ ਹੈ, ਸਾਰਾ ਸਭ ਕੁਝ ਨਾਮ ਦੇ ਸਹਾਰੇ ਹੈ।
ਇਵੇਂ ਮਹਿਮਾ ਕਰਦੇ ਆ, ਹਿਰਦੇ ਵਿੱਚ ਧਾਰ ਕੇ ਰੱਖਦੇ, ਕਦੀ ਛੱਡਣਾ ਨਹੀਂ ਕਰਦੇ ਐਸੇ ਨਾਮ ਨੂੰ। ਨਿਸਬਾਸੁਰ ਜੀਹੀ ਮੈਂ ਜਿਉ ਗਲ ਮਾਲਾ। ਉਹ ਰਾਤ ਦਿਨ ਰਸਨਾ ਦੇ ਉੱਪਰ ਸਾਧ ਸੰਗਤ ਜੀ ਜਪਦੇ ਐ ਤੇ ਜਿਉਂ ਗਲ ਮਾਲਾ, ਜਿਵੇਂ ਗਲ 'ਚ ਮਾਲਾ ਪਾਈ ਹੁੰਦੀ ਹੈ ਕਿਸੇ ਨੇ ਨਾਮ ਜਪਣ ਵਾਲੀ, ਤੇ ਜਦੋਂ ਜੀ ਕਰਦਾ ਗਲ ਵਿੱਚੋਂ ਲਾ ਕੇ ਤੇ ਜਪਣ ਲੱਗ ਪੈਂਦਾ ਹੈ। ਉਹਨਾਂ ਨੇ ਤੇ ਗਲ ਦੀ ਮਾਲਾ ਹੀ ਬਣਾਇਆ ਹੋਇਆ ਹੈ, ਰਾਤ ਦਿਨ ਨਾਮ ਜਪਦੇ ਹੈ, ਰਸਨਾ ਨੂੰ ਹੀ ਉਹਨਾਂ ਨੇ ਸਿਮਰਣੀ ਬਣਾਇਆ ਹੈ। ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਕੰਠੇ ਮਾਲਾ ਜਿਹਵਾ ਰਾਮ, ਜਿਹੜਾ ਕੰਠ ਹੈ ਨਾ ਗਲਾ, ਇਹਨੂੰ ਉਹਨਾਂ ਨੇ ਮਾਲਾ ਬਣਾਇਆ ਹੋਇਆ ਹੈ। ਤੇ ਜਿਹਵਾ ਰਸਨਾ ਤੋਂ ਰਾਮ 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 ਵਾਹਿਗੁਰੂ ਵਾਹਿਗੁਰੂ ਇਵੇਂ ਕਰੀ ਜਾਂਦੇ ਆ। ਤੇ ਸਹੰਸ ਨਾਮ ਲੈ ਲੈ ਕਰੋ ਸਲਾਮ, ਹਜ਼ਾਰਾਂ ਨਾਮ ਲੈ ਲੈ ਕੇ ਸਲਾਮਾਂ ਕਰਦੇ ਆ। ਭਗਤ ਕਬੀਰ ਮਹਾਰਾਜ ਕਹਿੰਦੇ ਆ ਕਿ ਅਸਾਂ ਨੇ ਤੇ ਇਹ ਭਾਈ ਬਾਹਰੀ ਮਾਲਾ ਨਹੀਂ ਲਈ ਹੈ, ਆਹ ਗਲ ਨੂੰ ਹੀ ਮਾਲਾ ਬਣਾ ਲਿਆ ਹੈ। ਰਸਨਾ ਨਾਲ ਜਿਹੜਾ ਰਾਮ ਦਾ ਨਾਮ ਜਪ ਰਹੇ ਆ, ਇਹੀ ਸਾਡੀ ਮਾਲਾ ਹੈ। ਇਵੇਂ ਰਾਤ ਦਿਨ ਉਹ ਰਸਨਾ ਦੇ ਉੱਪਰ ਨਾਮ ਜਪੀ ਜਾ ਰਿਹਾ। ਐਸੇ ਨਾਮ ਮਹਾਨ ਨੂੰ ਗਲ ਦੀ ਮਾਲਾ ਬਣਾਈ ਹੋਈ ਹੈ। ਤੇ ਸਾਧ ਸੰਗਤ ਜੀ ਉਹ ਕਿਤੇ ਵੇਲਾ ਵਕਤ ਨਹੀਂ ਵੇਖਦੇ, ਅਸੀਂ ਤੇ ਵੇਲਾ ਵਕਤ ਵੇਖਦੇ ਹਾਂ। ਜਪਜੀ ਸਾਹਿਬ ਦਾ ਪਾਠ ਸਵੇਰੇ ਨਹੀਂ ਹੋਇਆ, 10 ਵੱਜ ਗਏ ਆ, ਮੈਂ ਪਾਠ ਹੁਣ ਜਪਜੀ ਸਾਹਿਬ ਦਾ ਕੀ ਕਰ ਸਕਦਾ? ਨਹੀਂ ਨਹੀਂ, ਸਵੇਰ ਦਾ ਵੇਲਾ ਸੀ, ਹੁਣ ਨਹੀਂ ਤੂੰ ਕਰ ਸਕਦਾ, ਕੱਲ ਕਰੀ। ਹੁਣ ਉਹ ਦਿਨ ਗਿਆ, ਸ਼ਾਮ ਪਈ ਹੈ, ਰਹਿਰਾ ਸਾਹਿਬ ਸੰਧਿਆ ਸਮੇਂ ਨਹੀਂ ਹੋਈ, ਹੁਣ ਨਾ ਕਰੀ, ਹੁਣ ਨਹੀਂ ਕਰੀਦਾ, ਕੱਲ ਕਰੀ। ਵੇਲੇ ਵਕਤ ਵੇਖਦੇ ਆ, ਜਾਂ ਅਸੀਂ ਵੀ ਹੁਣ ਨਹੀਂ ਕਰਨਾ, ਚਲੋ ਕੋਈ ਗੱਲ ਨਹੀਂ, ਬੁੱਢੇ ਹੋ ਗਏ ਤੇ ਵਿਹਲਿਆਂ ਫਿਰ ਕੀ ਕਰਨਾ, ਮਾਲਾ ਫੇਰਨੀ ਹੈ। ਜੇ ਜੀਂਦੇ ਰਹੇ ਤਾਂ ਬੜੀ ਉਮਰ ਹੈ, ਨਾਲ ਕਹਿੰਦੇ ਵੀ ਜੀਂਦੇ ਰਹੇ ਆ ਤੇ ਫਿਰ ਬੜੀ ਉਮਰ ਹੈ। ਇੱਕ ਪਾਸੇ ਭਰੋਸਾ ਵੀ ਨਹੀਂ ਹੈ, ਇੱਕ ਪਾਸੇ ਇਸ ਤਰ੍ਹਾਂ ਦਾਅਵੇ ਕਰਦੇ ਆ। ਪਰ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਜੇ ਵੇਲੇ ਵਹਿੰਦੇ ਰਹੀਏ ਤੇ ਸਾਧ ਸੰਗਤ ਜੀ ਭਗਤੀ ਨਹੀਂ ਹੋ ਸਕਦੀ, ਕਦੀ ਗੁਰੂ ਵਾਲੇ ਨਹੀਂ ਬਣ ਸਕਦੇ। ਬਚਪਨ ਲੰਘ ਗਿਆ ਖੇਡਦਿਆਂ ਕੁੱਦਦਿਆਂ, 20 ਸਾਲ ਦੀ ਉਮਰ ਹੋਈ ਬਾਂਦਰ ਵਾਂਗ ਬੀਤਣ ਲੱਗੀ ਸ਼ਰਾਰਤਾਂ ਵਿੱਚ, 20 ਤੋਂ 40 ਦੀ ਉਮਰ ਹੋ ਗਈ ਤੇ ਗਧਿਆਂ ਵਾਲੀ ਹੋ ਗਈ, ਫਿਰ 40 ਤੋਂ 60 ਘੋੜਿਆਂ ਵਾਲੀ ਹੋ ਗਈ, ਢੋਆ ਢੁਆਈ ਸ਼ੁਰੂ ਕਰ ਦਿੰਦਾ ਬੰਦਾ। ਫਿਰ ਐਵੇਂ ਸਾਧ ਸੰਗਤ ਜੀ ਉਹ ਜ਼ਿੰਦਗੀ ਲੰਘਦੀ ਜਾਂਦੀ ਬੰਦੇ ਦੀ। ਜਦੋਂ ਜਵਾਨ ਹੁੰਦਾ ਕਹਿੰਦਾ ਕੋਈ ਨਹੀਂ, ਥੋੜ੍ਹੀ ਉਮਰ ਢਲਦੀ ਆ, ਹਜੇ ਆਉਣਾ ਜਾਣਾ ਪੈਂਦਾ ਇੱਧਰ ਉੱਧਰ ਰਿਸ਼ਤੇਦਾਰਾਂ ਵਿੱਚ, ਰਿਸ਼ਤੇਦਾਰ ਸਾਡੇ ਇਹੋ ਜਿਹੇ ਹੀ ਆ, ਤੋ ਕੋਈ ਗੱਲ ਨਹੀਂ, ਫਿਰ ਕਰ ਲਾਂਗੇ ਤੇ ਅੰਮ੍ਰਿਤ ਛਕਿਆ ਜਾਊਗਾ। ਫਿਰ ਉਮਰ ਬੀਤਦੀ ਹੈ, ਉਹ ਵੀ ਲੰਘਦੀ ਹੈ। ਤੇ ਜਦੋਂ ਵਡੇਪੇ ਵਿੱਚ ਆ ਜਾਂਦਾ ਕਹਿੰਦਾ ਹੁਣ ਮੇਰੀ ਮਾਲਾ ਫੜੀ ਕੀ ਕਰੂਗੀ, ਹੁਣ ਤੇ ਮੇਰਾ ਆਪਣਾ ਹੀ ਵਸਦਾ ਰੋਗ ਨਹੀਂ ਹੈ, ਹੁਣ ਮੈਂ ਕੀ ਕਰਾਂ। ਤੇ ਉਹ ਕਈਆਂ ਨੂੰ ਕਹਿ ਦਿਓ ਨਾ ਵੀ ਵੇਖੋ ਤੁਹਾਡੀ ਉਮਰ ਇੰਨੀ ਹੋ ਗਈ ਆ, ਅਗਲੇ ਬੰਨੇ ਉਹ ਪਰਮੇਸ਼ਰ ਨੇ ਲੇਖਾ ਲੈਣਾ ਤੇ ਨਾਮ ਜਪ ਲੈਣਾ ਚਾਹੀਦਾ। ਕਹਿੰਦੇ ਕੋਈ ਨਹੀਂ, ਜਦੋਂ ਉੱਥੇ ਹੋਊ ਫਿਰ ਵੇਖੀ ਜਾਓ ਹੁਣ ਕੀ ਕਰੀਏ। ਬੰਦੇ ਨੂੰ ਮਤਲਬ ਕੋਈ ਡਰ ਨਹੀਂ ਹੈ ਇਸ ਗੱਲ ਦਾ, ਪਰ ਇੱਥੇ ਕੋਈ ਤੰਗੀ ਪਰੇਸ਼ਾਨੀ ਆ ਜਾਂਦੀ, ਕਿਤੇ ਸਰੀਰ 'ਤੇ ਬੁਖਾਰ ਹੋ ਜੇ ਤੇ ਕਿੰਨੀਆਂ ਲਿੱਲਾਂ ਦੇ ਦੇ ਕੇ ਮੈਂ ਤਾਂ ਠੀਕ ਨਹੀਂ ਹਾਂ, ਅੱਜ ਇੰਨੇ ਦਿਨ ਹੋ ਗਏ ਹੈ, ਪਰ ਉੱਥੇ ਕਿੰਨੀ ਬੁਰੀ ਹਾਲਤ ਹੋਣੀ ਹੈ ਇਹਦੇ ਬਾਰੇ ਕੋਈ ਬੰਦੇ ਨੂੰ ਗਿਆਨ ਨਹੀਂ ਹੈ, ਨਾ ਕੋਈ ਡਰ ਭੈ ਨਾ ਅਸੀਂ ਰੱਖਦੇ ਹਾਂ, ਕਿਉਂਕਿ ਮਨ ਚੰਚਲ ਹੈ, ਮਨ ਦਾ ਸੁਭਾਅ ਹੈ ਦੁਨੀਆਦਾਰੀ ਦੇ ਰੰਗ ਰਾਗ ਵੇਖਣ ਨੂੰ। ਵੇਲਾ ਵਕਤ ਨਹੀਂ ਵਿਚਾਰਨਾ ਚਾਹੀਦਾ, ਜਦੋਂ ਵੇਲਾ ਮਿਲੇ ਪਰਮੇਸ਼ਰ ਦਾ ਨਾਮ ਭਾਈ ਜਪਣਾ ਚਾਹੀਦਾ। ਉਹ ਸੰਤ ਰਾਤ ਦਿਨ ਨਾਮ ਦੀ ਕਮਾਈ ਕਰਦੇ ਹੈ, ਰਸਨਾ ਅਤੇ ਰਾਮ ਜਪਦੇ ਹੈ, ਗਲ ਦੀ ਮਾਲਾ ਉਹਨਾਂ ਨੇ ਨਾਮ ਨੂੰ ਹੀ ਬਣਾਇਆ ਹੋਇਆ ਹੈ ਸਿਮਰਣੀ। ਚੌਪਈ ਨਿਜ ਤੇ ਅਧਿਕ ਹੇਤ ਸ੍ਰੀ ਰਾਮੋ। ਹੇ ਮੇਰੇ ਮਨ ਵੇਖ ਨਾਮ ਦੀ ਮਹਿਮਾ, ਆਪਣੇ ਤੋਂ ਬਹੁਤਾ ਜੋ ਸ਼੍ਰੀ ਰਾਮ ਚੰਦਰ ਭਗਵਾਨ ਸੀ ਉਹਨਾਂ ਨੇ
ਇਸ ਕਾਰਨ ਕਰਕੇ ਇਸ ਲਈ ਉਹਨਾਂ ਨੇ ਵੀ ਆਪਣੇ ਤੇ ਅਧਿਕ ਨਾਮ ਨੂੰ ਮਹਾਨ ਜਾਣਿਆ ਹੈ। ਜਗਹਿ ਲਖਾਇਓ ਲਿਖ ਕਰ ਨਾਮੋ। ਸ਼੍ਰੀ ਰਾਮਚੰਦਰ ਜੀ ਨੇ ਵੀ ਇਸੇ ਲਈ ਆਪਣੇ ਤੋਂ ਬਹੁਤਾ ਨਾਮ ਨੂੰ ਉੱਤਮ ਜਾਣ ਕੇ ਤੇ ਲਿਖ ਕਰਕੇ ਨਾਮ ਤੇ ਜਗਤ ਦੇ ਵਿੱਚ ਜਣਾਇਆ ਸੀ ਵੀ ਭਾਈ ਨਾਮ ਵੱਡਾ ਹੈ। ਸਰੋਵਰ ਪਰ ਗਿਰਵਰ ਧਰ ਭਾਰੇ। ਸਰੋਵਰ ਪਾਠ ਨਹੀਂ ਹੈ, ਸਰਵਰ। ਸਰਵਰ ਪਰ ਗਿਰਵਰ ਧਰ ਭਾਰੇ। ਸਰਵਰ ਕਹਿੰਦਾ ਛੰਭ ਨੂੰ ਜਾਂ ਵੱਡਾ ਤਲਾਅ ਜਿਹਦੇ ਵਿੱਚ ਬੜਾ ਪਾਣੀ ਹੋਵੇ, ਪਰ ਰਾਮਚੰਦਰ ਭਗਵਾਨ ਜੀ ਨੇ ਤੇ ਸਮੁੰਦਰ ਵਿੱਚ ਉਹ ਕੌਤਕ ਕੀਤਾ ਸੀ ਜਿਹਦੇ ਕਰਕੇ ਇੱਥੇ ਸਰਵਰ ਦਾ ਅਰਥ ਲੱਗੇਗਾ ਸਮੁੰਦਰ। ਭਾਵ ਸਮੁੰਦਰ ਉੱਪਰ ਜਿਸ ਨੇ ਆ ਗਿਰਵਰ ਸ੍ਰੇਸ਼ਟ ਪਹਾੜਾਂ ਦੀਆਂ ਜਿਹੜੀਆਂ ਚਟਾਨਾਂ ਪੱਥਰ ਸੀ ਉਹ ਪਾਣੀ ਦੇ ਉੱਪਰ ਰੱਖ ਕੇ ਭਾਰੇ। ਤਰਵਰ ਕੇ ਪਾਤਨ ਸਮਤਾਰੇ। ਤਰਵਰ ਕਹੀਏ ਜਿਵੇਂ ਰੁੱਖ ਹੁੰਦਾ ਹੈ ਤੇ ਰੁੱਖ ਦੇ ਪੱਤਿਆਂ ਵਾਂਗ ਉਹ ਪੱਥਰ ਤਾਰ ਦਿੱਤੇ ਸੀ। ਕਾਹਦੇ ਕਰਕੇ ਤਾਰ ਦਿੱਤੇ? ਇੱਕ ਨਾਮ ਕਰਕੇ। ਤੁਸੀਂ ਪੱਥਰ ਤਾਰ ਕੇ ਵਿਖਾਓ ਭਲਾ, ਨਿੱਘਾ ਜਿਹਾ ਰੋੜਾ ਸੁੱਟੋ ਤੇ ਉਹ ਵੀ ਟੁੱਬੀ ਮਾਰ ਜਾਂਦਾ ਹੈ, ਉਹ ਵੀ ਨਹੀਂ ਤਰਦਾ। ਪੱਥਰ ਤਾਰਨਾ ਤੇ ਬੜੀ ਦੂਰ ਦੀ ਗੱਲ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਹੇ ਪਰਮੇਸ਼ਰ, ਪਸ਼ੂਆਂ ਨੂੰ ਪ੍ਰੇਤਾਂ ਭੂਤਾਂ ਨੂੰ ਤੂੰ ਤਾਰਿਆ ਹੈ, ਤੂੰ ਤੇ ਪੱਥਰ ਵੀ ਤਾਰ ਛੱਡੇ ਹੈ ਸ਼੍ਰੀ ਰਾਮਚੰਦਰ ਭਗਵਾਨ ਦੇ ਵਿੱਚ ਆਪਣੀ ਜੋਤ ਪਾ ਕੇ। ਇਹ ਪਰਮਾਤਮਾ ਤੇਰੀ ਐਸੀ ਮਹਾਨ ਸ਼ਕਤੀ ਹੈ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਤੁਸੀਂ ਦੇ ਮਹਾਰਾਜ ਡੁੱਬਦੇ ਪੱਥਰ ਵੀ ਤਾਰ ਦਿੱਤੇ ਹੈ ਤੇ ਸਾਡੇ ਤੇ ਵੀ ਮਿਹਰ ਹੀ ਕਰੋ। ਇਹ ਕਵੀ ਸਾਹਿਬ ਜੀ ਨੇ ਸ਼੍ਰੀ ਰਾਮਚੰਦਰ ਭਗਵਾਨ ਦਾ ਹਵਾਲਾ ਦੇ ਕੇ ਭਾਵ ਨਾਮ ਦੀ ਮਹਿਮਾ ਕੀਤੀ ਹੈ ਕਿ ਹੇ ਮੇਰੇ ਮਨ ਵੇਖ, ਸ਼੍ਰੀ ਰਾਮਚੰਦਰ ਜੀ ਨੇ ਵੀ ਨਾਮ ਨੂੰ ਆਪਣੇ ਆਪ ਤੋਂ ਮਹਾਨ ਜਾਣਿਆ, ਨਹੀਂ ਤੇ ਉਹ ਸਿੱਧਾ ਵੀ ਪੁਲ ਬਣ ਸਕਦੇ ਸੀ, ਜਾਂ ਜਿਹੜੇ ਨਾਲ ਦੇ ਸਾਥੀ ਸੀ ਤੇ ਉਹ ਪਾਣੀ ਉੱਤੇ ਵੀ ਤਰ ਸਕਦੇ ਸੀ, ਪਰ ਨਹੀਂ, ਨਾਮ ਦੀ ਮਹਿਮਾ ਜਣਾਈ। ਉਹ ਖੁਸ਼ਕ ਰਸਤਾ ਚਾਹੀਦਾ ਸੀ, ਭਾਵੇਂ ਕਿ ਹਨੂਮਾਨ ਜੀ ਤੇ ਇਸੇ ਤਰ੍ਹਾਂ ਅੰਗਦ ਜੀ ਇਹ ਭਗਤ ਦੇ ਜਿਹੜੇ ਸਮੁੰਦਰ ਨੂੰ ਟੱਪ ਕੇ ਚਲ ਜਾਂਦੇ ਸੀ, ਪਰ ਹੋਰ ਵੀ ਜਿਹੜੀ ਸੈਨਾ ਸੀ ਬਾਂਦਰਾਂ ਦੀ, ਕਿੰਨੀ ਹੋਰ ਸ਼੍ਰੀ ਰਾਮਚੰਦਰ ਭਗਵਾਨ ਦੀ ਸੈਨਾ, ਉਹ ਸਾਰੇ ਕਹਿਣ ਲੱਗੇ ਭਗਵਾਨ ਜੀ ਅਸੀਂ ਆ ਪਾਣੀ ਉੱਤੋਂ ਕਿਵੇਂ ਜਾਵਾਂਗੇ, ਕੋਈ ਪੁਲ ਕੋਈ ਰਸਤਾ ਤਾਂ ਚਾਹੀਦਾ ਹੀ ਹੈ। ਤੇ ਫਿਰ ਉਹ ਸ਼੍ਰੀ ਰਾਮਚੰਦਰ ਭਗਵਾਨ ਨੇ ਸਾਧ ਸੰਗਤ ਜੀ ਬੇਨਤੀ ਕਰਕੇ ਪਰਮੇਸ਼ਰ ਅੱਗੇ, ਇੱਕ ਉਹਨਾਂ ਵਿੱਚ ਹੀ ਨਲ ਤੇ ਨੀਲ ਸਨ ਭਗਤ, ਜਿਨ੍ਹਾਂ ਨੂੰ ਸਰਾਪ ਹੀ ਹੋਇਆ ਸੀ ਪਹਿਲਾਂ ਰਿਸ਼ੀਆਂ ਮੁਨੀਆਂ ਦਾ, ਕਿਉਂਕਿ ਉਹ ਸਮੁੰਦਰ ਦੇ ਕਿਨਾਰੇ ਐਵੇਂ ਰਿਸ਼ੀ ਮੁਨੀਆਂ ਜਿਹੜੇ ਠਾਕਰ ਪੱਥਰ ਹੁੰਦੇ ਆ ਜਿਨ੍ਹਾਂ ਦੀ ਉਹ ਪੂਜਾ ਕਰਦੇ ਸੀ, ਚੁੱਕ ਕੇ ਲੈ ਜਾ ਕੇ ਤੇ ਐਵੇਂ ਸੁੱਟ ਦਿਆ ਕਰਦੇ ਸੀ ਸਮੁੰਦਰ ਵਿੱਚ। ਫਿਰ ਉਹਨਾਂ ਨੇ ਉਹ ਸਰਾਪ ਦਿੱਤਾ ਕਿ ਤੁਸੀਂ ਜਿਹੜੀ ਵੀ ਚੀਜ਼ ਸੁੱਟੋਗੇ ਸਮੁੰਦਰ ਵਿੱਚ ਉਹ ਡੁੱਬੇਗੀ ਨਹੀਂ, ਉਹ ਤਰੇਗੀ। ਭਾਵ ਉਹਨਾਂ ਦੇ ਠਾਕਰ ਡੁਬੋਂਦੇ ਸੀ, ਪੱਥਰ ਸੁੱਟਦੇ ਸੀ ਤੇ ਉਹਨਾਂ ਨੂੰ ਗੁੱਸਾ ਆਉਂਦਾ ਸੀ। ਉਹਨਾਂ ਕਿਹਾ ਵੀ ਤੁਹਾਡੇ ਹੱਥਾਂ ਦੀ ਸੁੱਟੀ ਹੋਈ ਚੀਜ਼ ਕੋਈ ਨਹੀਂ ਡੁੱਬੇਗੀ। ਉਹ ਹੁਣ ਇੱਥੇ ਕੰਮ ਦੇਗੀ। ਸ਼੍ਰੀ ਰਾਮਚੰਦਰ ਭਗਵਾਨ ਹੋਣਾ ਨੇ ਉਹ ਨਲ ਤੇ ਨੀਲ ਨੂੰ ਲਾਇਆ ਨਾਲ। ਪੱਥਰ ਦੇ ਪਹਿਲਾਂ ਵੀ ਸੁੱਟ ਰਹੇ ਸੀ, ਪਰ ਉਹ ਪੱਥਰ ਕੀ ਵੱਖਰੇਵੇਂ ਤੁਰੇ ਫਿਰਦੇ ਸੀ, ਕੋਈ ਇੱਧਰ ਕੋਈ ਉੱਧਰ, ਉਹ ਪੋਲੇ ਇੱਕ ਇਕੱਠਾ ਨਹੀਂ ਸੀ ਹੋ ਰਿਹਾ। ਫਿਰ ਉਹ ਨਲ ਤੇ ਨੀਲ ਦਾ ਹੱਥ ਲਵਾ ਕੇ ਤੇ ਇੱਕ ਪੱਥਰ 'ਤੇ ਲਿਖਦੇ ਸੀ ਰਾ ਨੂੰ ਕੰਨਾ ਰਾ ਤੇ ਦੂਜੇ 'ਤੇ ਮਾਂ ਪਵ ਰਾਮ। ਰਾ ਪੱਥਰ ਸੁੱਟ ਕੇ ਇੱਕ ਪੱਥਰ ਜਿੱਤੇ ਰਾ ਲਿਖਿਆ ਹੁੰਦਾ ਸੀ, ਇੱਕ ਨਾਲ ਜਿੱਤੇ ਮਾਂ ਅੱਖਰ ਲਿਖਿਆ ਹੁੰਦਾ ਸੀ, ਉਹ ਪੱਥਰ ਦੋਵੇਂ ਜੋੜ ਦਿੰਦੇ ਤੇ ਉਹ ਇਕੱਠੇ ਹੋਈ ਜਾਂਦੇ ਸੀ ਤੇ ਰਾਮ 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 ਉਹ ਪੁਲ ਬੰਨ੍ਹ ਦਿੱਤਾ ਲੰਕਾ ਤੱਕ। ਤੇ ਉਹ ਕਾਹਦੇ ਕਰਕੇ ਪੁਲ ਵੱਜਾ ਹੈ? ਪਰਮੇਸ਼ਰ ਦੇ ਰਾਮ ਨਾਮ ਕਰਕੇ। ਇੱਕ ਤੇ ਸ਼੍ਰੀ ਰਾਮਚੰਦਰ ਭਗਵਾਨ ਹੈ, ਇੱਕ ਰਾਮ ਰਮੰਤੀ ਰਾਮਾ ਜਿਹੜਾ ਵਿਆਪਕ ਪਰਮਾਤਮਾ, ਉਹਦਾ ਨਾਮ ਰਾਮ ਹੈ। ਇਵੇਂ ਸ਼੍ਰੀ ਚੰਦਰ ਭਗਵਾਨ ਜੀ ਕਹਿੰਦੇ, ਸ਼੍ਰੀ ਰਾਮਚੰਦਰ ਭਗਵਾਨ ਜੀ ਜੇ ਚਾਹੁੰਦੇ
ਤੇ ਸਿੱਧਾ ਵੀ ਰਸਤਾ ਬਣਾ ਸਕਦੇ ਸੀ, ਪਰ ਨਾਮ ਦੀ ਮਹਿਮਾ ਜਾਣੀ ਹੈ। ਕਿਉਂਕਿ ਉਹ ਵੀ ਜਦੋਂ ਸਮਾਧੀ ਲਾਉਂਦੇ ਸੀ ਆਪਣੇ ਸਵੈ ਸਰੂਪ 'ਚ, ਤੇ ਉਹ ਵੀ ਜਾਣਦੇ ਸੀ ਵੀ ਸਾਡਾ ਸਵੈ ਰੂਪ ਪਰਮੇਸ਼ਰ ਦਾ ਸਰੂਪ ਹੈ। ਸਾਡੇ ਅੰਦਰ ਅੰਤਰਾਤਮਾ ਜਿਹੜੀ ਉਹ ਪਰਮਾਤਮਾ ਦੀ ਦਿੱਤੀ ਹੋਈ ਹੈ ਚੇਤਨ ਸੱਤਾ, ਉਸ ਚੇਤਨ ਸੱਤਾ ਦਾ ਹੀ ਯਾਦ ਕਰਕੇ ਤੇ ਉਹ ਰਾਮ ਪੱਥਰਾਂ 'ਤੇ ਲਿਖਵਾ ਕੇ ਪੁਲ ਬੰਨਿਆ ਸੀ। ਕਵੀ ਸਾਹਿਬ ਜੀ ਕਹਿ ਰਹੇ ਕਿ ਵੇਖੋ ਭਗਵਾਨ ਰਾਮ ਚੰਦਰ ਨੇ ਹੇ ਮੇਰੇ ਮਨ ਨਾਮ ਨੂੰ ਮਹਾਤਮ ਮਹਾਨ ਜਾਣ ਕੇ, ਤੇ ਉਹ ਜਿਹੜੇ ਸਮੁੰਦਰ ਦੇ ਵਿੱਚ ਜਿਹੜੇ ਪੱਥਰ ਸਨ, ਪਹਾੜਾਂ ਦੀਆਂ ਚਟਾਨਾਂ ਭਾਰੀਆਂ ਭਾਰੀਆਂ, ਜਿਵੇਂ ਰੁੱਖ ਦੇ ਪੱਤੇ ਪਾਣੀ ਦੇ ਤਰਦੇ ਹੈ ਇਵੇਂ ਤਾਰ ਦਿੱਤੇ ਸੀ। ਇਵੇਂ ਮਹਾਨ ਹੈ ਪਰਮੇਸ਼ਰ ਦਾ ਨਾਮ। ਪੁਨ ਸ੍ਰੀ ਗੁਰ ਅਰਜਨ ਗਤ ਦਾਈ। ਫਿਰ ਹੇ ਮੇਰੇ ਮਨ ਹੋਰ ਸੁਣ, ਜੋ ਸੋਭਾ ਵਾਲੇ ਗੁਰੂ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ, ਆ ਗਤ ਦਾਈ ਮੁਕਤੀ ਨੂੰ ਦੇਣ ਵਾਲੇ। ਨਿਜ ਤੇ ਮਹਤਾ ਅਧਿਕ ਲਿਖਾਈ, ਨਿਜ ਤੇ ਮਹਿਮਾ ਅਧਿਕ ਲਿਖਾਈ। ਆਪਣੇ ਤੋਂ ਉਹਨਾਂ ਵੀ ਮਹਿਮਾ ਨਾਮ ਦੀ ਅਧਿਕ ਜਣਾਈ ਸੰਗਤ ਨੂੰ। ਸ੍ਰੀ ਸੋ ਗ੍ਰੰਥ ਮਹਿ ਲਿਖ ਜਸ ਨਾਮ। ਉਹ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਸੋ ਨਾਮ ਸ੍ਰੇਸ਼ਟ ਦਾ, ਜੋ ਸ੍ਰੇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ, ਉਹਨਾਂ ਦੀ ਬੀੜ ਜਿਹੜੀ ਹੈ ਉਹ ਲਿਖੀ ਜਦੋਂ, ਤੇ ਉਹਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਮਹਾਨ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਹੈ ਸਾਧ ਸੰਗਤ ਜੀ ਦੇ ਵਿੱਚ ਉਹ ਨਾਮ ਹੀ ਤੇ ਹੈ, ਹੋਰ ਕੀ ਹੈ। ਇਵੇਂ ਮਹਾਰਾਜ ਜੀ ਨੇ ਉਹ ਸ੍ਰੇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨਾਮ ਜੀ ਦੀ ਮਹਿਮਾ ਲਿਖ ਕਰਕੇ ਤੇ ਅਦੋ ਭਏ ਸੁਖ ਧਾਮ, ਤੇ ਉਹ ਨਾਮ ਦੀ ਮਹਿਮਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖ ਕਰਕੇ ਤੇ ਸਤਿਗੁਰੂ ਮਹਾਰਾਜ ਜੋ ਸੁੱਖਾਂ ਦੇ ਘਰ ਹੈ ਗੁਰੂ ਅਰਜਨ ਸਾਹਿਬ ਮਹਾਰਾਜ, ਜਿਨ੍ਹਾਂ ਦਾ ਨਾਮ ਜਪਿਆ ਮਾਂ ਦੀ ਗਰਭ ਵਿੱਚ ਨਹੀਂ ਆਈਦਾ, ਵੱਡੇ ਦੁੱਖ ਤੋਂ ਛੁੱਟ ਜਾਈਦਾ ਹੈ, ਉਹ ਸਤਿਗੁਰ ਜੀ ਵੀ ਅਦੋਂ ਕਹੀਏ ਨੀਵੇਂ ਹੋ ਗਏ। ਭਾਵ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਰਚੀ, ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ, ਤੇ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਤੋਂ ਪ੍ਰਕਾਸ਼ ਕਰਵਾਇਆ। ਆਪ ਵੀ ਮਹਾਰਾਜ ਬਿਰਾਜਮਾਨ ਐਵੇਂ ਫਰਸ਼ 'ਤੇ ਹੋਏ ਜਾਂ ਐਵੇਂ ਵੀ ਖੜੇ ਹੋ ਕਰਕੇ ਗੁਰੂ ਜੀ ਤੇ ਚੌਰ ਸਾਹਿਬ ਕਰਨ ਲੱਗੇ। ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਨ ਜਾਣ ਕੇ ਚਵਰ ਛਤਰ ਦੇ ਮਾਲਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਇਹ ਵੇਖ ਲਓ, ਪਰ ਗੁਰਬਾਣੀ ਦਾ ਸਤਿਕਾਰ ਕਰਦੇ ਹੋਏ ਕਿ ਪਰਮੇਸ਼ਰ ਦਾ ਨਾਮ ਇਹਦੇ ਵਿੱਚ ਆਪ ਬਿਰਾਜਮਾਨ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠ ਕਰਕੇ ਚੌਰ ਸਾਹਿਬ ਕੀਤਾ, ਤੇ ਜਾਂ ਖੜਿਆਂ ਹੋ ਕੇ ਕਰਨਾ ਸ਼ੁਰੂ ਕੀਤਾ। ਇਵੇਂ ਗੁਰੂ ਜੀ ਨੇ ਨਾਮ ਨੂੰ ਮਹਾਨ ਜਣਾਇਆ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਦੋਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜਾਂਦੇ ਹਾਂ, ਤੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਦੇ ਪੌੜੀਆਂ ਚੜ੍ਹਦੇ ਹਾਂ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰ ਸੁੱਖ ਆਸਣ ਹੈ, ਗੁਰਦੁਆਰਾ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਹੀ ਜਦੋਂ ਪ੍ਰਵੇਸ਼ ਕਰਦਿਆਂ ਪਹਿਲਾਂ ਮੱਥਾ ਟੇਕਦੇ ਹਾਂ, ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਪਰ ਸਥਾਨ ਹੈ ਵਿਰਾਜਮਾਨ ਦਾ। ਗੁਰੂ ਜੀ ਜਿੱਥੇ ਵਿਰਾਜਮਾਨ ਹੁੰਦੇ ਸੁੱਖ ਆਸਣਾਂ ਦੇ ਥੱਲੇ ਇੱਕ ਜਾ ਕੇ ਧਿਆਨ ਨਾਲ ਵੇਖਣਾ, ਇੱਕ ਸੁੰਦਰ ਆਸਣ ਭਾਵ ਗੱਦੀ ਲਾਈ ਹੈ, ਥੱਲੇ ਉੱਤੇ ਸੁੰਦਰ ਚਿੱਟੇ ਰੰਗ ਦਾ ਵਸਤਰ ਵਿਛਾ ਕੇ, ਤੇ ਉੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਿਰਾਜਮਾਨ ਹੁੰਦੇ ਸੀ। ਭਾਵ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਉੱਪਰ ਕਰਕੇ ਸੁੱਖ ਆਸਣਾਂ ਦਾ, ਤੇ ਥੱਲੇ ਆਪ ਮਹਾਰਾਜ ਬਿਰਾਜਮਾਨ ਹੁੰਦੇ ਸਨ। ਕਾਹਦੇ ਕਰਕੇ? ਸਤਿਕਾਰ ਕਰਕੇ। ਗੁਰੂ ਮਹਾਰਾਜ ਨੇ ਬਾਣੀ ਨੂੰ ਉੱਤਮ ਮੰਨਿਆ ਹੈ। ਫਿਰ ਗੁਰੂ ਸਾਹਿਬ ਜੀ ਨੇ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਤੋਂ ਪੋਥੀਆਂ ਲਿਆਂਦੀਆਂ ਹੈ, ਤੇ ਸੱਚੇ ਪਾਤਸ਼ਾਹ ਜੀ ਨੇ ਨੰਗੇ ਚਰਨੀ ਚੌਰ ਸਾਹਿਬ ਕਰਕੇ ਲਿਆਂਦੀਆਂ ਹੈ। ਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਇੱਕ ਪਾਲਕ ਜੀ ਤੁਸੀਂ ਬਿਰਾਜਮਾਨ ਹੋ ਜਾਓ। ਗੁਰੂ ਸਾਹਿਬ ਜੀ ਕਹਿਣ ਲੱਗੇ, ਨਾ ਭਾਈ, ਗੁਰੂ ਗ੍ਰੰਥ ਸਾਹਿਬ ਜੀ ਪਰਮੇਸ਼ਰ ਸਰੂਪ ਹੈ, ਵੱਡੇ ਸਤਿਗੁਰਾਂ ਦੀ ਬਾਣੀ ਹੈ,
ਜਿਹੜਾ ਇਸ ਬਾਣੀ ਦੀ ਬਰਾਬਰਤਾ ਕਰੇਗਾ ਉਹ ਸੰਸਾਰ ਦੇ ਵਿੱਚ ਜਸ ਨਹੀਂ ਖੱਟੇਗਾ। ਉਹਨੂੰ ਇੱਥੇ ਉੱਥੇ ਢੋਈ ਨਹੀਂ ਹੈ। ਇਹ ਗੁਰਾਂ ਦੀ ਬਾਣੀ ਦਾ ਜਿਹੜਾ ਸਤਿਕਾਰ ਕਰੇਗਾ, ਉੱਚ ਜਾਣੇਗਾ ਧੁਰਕੀ ਬਾਣੀ ਨੂੰ, ਉਹਦਾ ਜਸ ਵਡਿਆਈ ਸੰਸਾਰ 'ਚ ਹੋਵੇਗਾ। ਤੇ ਸੱਚੇ ਪਾਤਸ਼ਾਹ ਜੀ ਨੰਗੇ ਚਰਣੀ ਚੌਰ ਸਾਹਿਬ ਕਰਦੇ ਹੋਏ ਕਿੱਥੇ ਗੋਇੰਦਵਾਲ ਸਾਹਿਬ ਹੈ ਤੇ ਕਿੱਥੇ ਅੰਮ੍ਰਿਤਸਰ ਸਾਹਿਬ ਹੈ, ਗੁਰੂ ਜੀ ਪੋਥੀਆਂ ਲੈ ਕੇ ਆਏ ਸਨ। ਇਵੇਂ ਗੁਰੂ ਜੀ ਆਪ ਸੁੱਖ ਆਸਣਾਂ ਦੇ ਥੱਲੇ ਬਿਰਾਜਮਾਨ ਹੁੰਦੇ ਰਹੇ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉੱਪਰ ਬਿਰਾਜਮਾਨ ਕੀਤੀ। ਇਹ ਸੱਚੇ ਪਾਤਸ਼ਾਹ ਐਸੇ ਮਹਾਨ ਹੈ। ਤੇ ਉਹਨਾਂ ਨੇ ਇੱਥੇ ਕਵੀ ਜੀ ਨੇ ਲਿਖਿਆ ਵੀ ਤੇ ਅਦੋ ਭਏ ਸੁਖ ਧਾਮੂ, ਜੋ ਸੁੱਖਾਂ ਦੇ ਘਰ ਗੁਰੂ ਸਾਹਿਬ ਜੀ, ਉਹ ਵੀ ਵੇਖ ਲਓ ਸੱਚੇ ਪਾਤਸ਼ਾਹ ਪਰਮਾਤਮਾ ਰੂਪ ਹੋ ਕੇ ਵੀ ਗੁਰ ਅਰਜਨ ਪ੍ਰਤੱਖ ਹਰ ਤੇ ਆ ਨੀਵੇਂ ਗੁਰਬਾਣੀ ਤੋਂ ਹੋਏ। ਕਾਹਦੇ ਕਰਕੇ? ਨਾਮ ਨੂੰ ਮਹਾਨ ਜਣਾਇਆ ਵੀ ਪਰਮੇਸ਼ਰ ਦਾ ਨਾਮ ਹੈ ਇਸ ਬਾਣੀ ਵਿੱਚ। ਦੋਹਰਾ ਆਪ ਅਛਤ ਸਮਰੱਥ ਪ੍ਰਭ, ਆਪ ਅਛਤ ਸਮਰੱਥ ਪ੍ਰਭ, ਜੋ ਪ੍ਰਭੂ ਸਮਰੱਥ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲ ਇਸ਼ਾਰਾ ਹੈ ਕਵੀ ਜੀ ਦਾ ਕਿ ਜੋ ਆਪ ਸਮਰੱਥ ਸੀ, ਪ੍ਰਭੂ ਸੀ, ਪਰਮੇਸ਼ਰ ਰੂਪ ਤੇ ਅਛਤ ਆਪਣੀ ਮੌਜੂਦਗੀ ਵਿੱਚ ਹੁੰਦਿਆਂ ਹੋਇਆਂ ਦਈ ਵਡਾਈ ਨਾਮ, ਆਪ ਆਪਣੇ ਹੁੰਦਿਆਂ ਹੋਇਆਂ ਜੋ ਸਮਰੱਥ ਪ੍ਰਭੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੀ, ਉਹਨਾਂ ਨੇ ਵੀ ਆ ਨਾਮ ਨੂੰ ਹੀ ਵਡਿਆਈ ਦਿੱਤੀ ਸੀ। ਅਪਰ ਤਰਕ ਕੋ ਕਰ ਸਕਹਿ, ਫਿਰ ਹੋਰ ਕਿਹੜਾ ਜਿਹੜਾ ਵੀ ਆ ਤਰਕ ਕਰ ਸਕੇ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੱਡਾ ਤੇ ਕੋਈ ਨਹੀਂ ਹੈ। ਉਹਨਾਂ ਵੀ ਨਾਮ ਨੂੰ ਹੀ ਵੱਡਾ ਜਾਣਿਆ। ਕਿਵੇਂ ਜਾਣਿਆ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਕੇ ਸ੍ਰੀ ਹਜ਼ੂਰ ਸਾਹਿਬ ਪੰਜ ਪਿਆਰੇ ਸਾਹਿਬਾਨ ਹਜ਼ੂਰੀ ਵਿੱਚ ਵਿਰਾਜਮਾਨ ਕਰਕੇ ਤੇ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਸੰਗਤ ਨੂੰ ਕਿਹਾ ਸੀ, ਪਹਿਲਾਂ ਆਪ 3 ਪ੍ਰਦਖਣਾ ਕੀਤੀਆਂ, 5 ਪੈਸੇ ਨਾਰੀਅਲ ਚੰਦਨ ਦਾ ਤਿਲਕ ਦੇ ਕਰਕੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਮੱਥਾ ਟੇਕ ਕੇ ਕਿ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇਹ, ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ, ਖੁਆਰ ਵੈਸਾ ਮਿਲेंगे ਬਚੇ ਸ਼ਰਨ ਜੋ ਹੋਏ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ, ਬਾਣੀ ਨੂੰ ਵੱਡਾ ਜਾਣਿਆ ਸੀ ਵੀ ਸਤਿਗੁਰਾਂ ਦੀ ਬਾਣੀ ਹੈ, ਆਪ ਮੱਥਾ ਟੇਕਿਆ। ਤੇ ਸੱਚੇ ਪਾਤਸ਼ਾਹ ਜੀ ਵਰਗਾ ਕਿਹੜਾ ਮਹਾਨ ਹੋ ਸਕਦਾ ਹੈ? ਤੇ ਇਥੇ ਅਪਰ ਤਰਕ ਕੋ ਕਰ ਸਕੈ ਹੈ, ਹੋਰ ਕਿਹੜਾ ਜਿਹੜਾ ਵੀ ਤਰਕ ਕਰ ਸਕੇ ਵੀ ਨਹੀਂ ਜੀ ਗੁਰੂ ਵੱਡੇ ਹੈ ਵੀ ਨਾਮ ਛੋਟਾ ਹੈ। ਨਾਮ ਦੇ ਨਾਲ ਹੀ ਤੇ ਅਸੀਂ ਗੁਰੂ ਜੀ ਨੂੰ ਯਾਦ ਕਰਦੇ ਹਾਂ। ਨਾਮ ਲਵਾਂਗੇ ਵੀ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਫੇਰ ਹੀ ਤੇ ਗੁਰੂ ਪ੍ਰਗਟ ਹੋਣਗੇ ਯਾਦ ਕੀਤੇ ਆ। ਐਵੇਂ ਹੋਰ ਕਿਹੜਾ ਵੀ ਜਿਹੜਾ ਵੀ ਤਰਕ ਜੀ ਕਰ ਸਕੇ? ਸਭ ਮਾਨਹਿ ਗੁਣ ਧਾਮ, ਸਾਰੇ ਜਿਹੜੇ ਹੈ ਗੁਣਾਂ ਦੇ ਧਾਮ, ਗੁਣਾਂ ਦੇ ਘਰ, ਸੰਤ ਮਹਾਂਪੁਰਸ਼ ਗੁਰੂ ਹੈ, ਜਿਹੜੇ ਗੁਣਾਂ ਦੇ ਘਰ ਹੈ, ਉਹਨਾਂ ਸਭ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਆ ਹੈ। ਇਸੇ ਤਰ੍ਹਾਂ ਚੌਵੇਂ ਯੁੱਗਾਂ ਦੇ ਵਿੱਚ ਹੀ ਜੋ ਗੁਣਾਂ ਦੇ ਘਰ ਭਗਤ ਜਨ ਹੋਏ ਹੈ, ਉਹਨਾਂ ਨੇ ਪਰਮੇਸ਼ਰ ਦੇ ਨਾਮ ਨੂੰ ਹੀ ਸਭ ਨੇ ਉੱਤੋਂ ਮੰਨਿਆ ਹੈ। ਫਿਰ ਬੰਦੇ ਦੀ ਕੀ ਗੱਲ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸੇ ਮਹਾਨ ਹੈ। ਤੇ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਸਾਹਿਬ ਜੀ ਨੇ ਆਪ ਮੱਥਾ ਟੇਕਿਆ ਸੀ ਤੇ ਆਪ ਗੁਰੂ ਅਰਜਨ ਸਾਹਿਬ ਮਹਾਰਾਜ ਆਸਣਾਂ ਦੇ ਥੱਲੇ ਬਿਰਾਜਮਾਨ ਹੁੰਦੇ ਸੀ। ਤੇ ਅੱਜ ਦੇ ਲੋਕ ਜਿਹੜੇ ਨਵੇਂ ਪੜ੍ਹੇ ਲਿਖੇ ਹੈ ਤੇ ਬਹੁਤੀ ਮੱਤ ਦੇ ਮਾਲਕ ਬਣਦੇ ਹੈ ਜਾਂ ਆਪਣੇ ਆਪ ਨੂੰ ਫੋਰਨ ਦੇ PR ਮੰਨਦੇ ਆ, ਉਹ ਲੋਕ ਬੜਾ ਕੀ ਕਹਿੰਦੇ ਆ ਤੇ ਸਾਡੇ ਕੋਲ ਬੈਠਾ ਨਹੀਂ ਜਾਂਦਾ, ਦਰਬਾਰ 'ਚ ਕੁਰਸੀਆਂ ਲਵਾ ਦਿਓ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਅਸੀਂ ਉੱਚੇ ਹੋ ਕੇ ਬਹਿ ਜਾਈਏ। ਵੀ ਮੁੜ ਕੇ ਜੂ ਬਾਅਦ ਵਿੱਚ ਲੇਖਾ ਦੇਣਾ ਹੈ ਵੀ ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਤੂੰ ਦਰਬਾਰ 'ਚ ਹੀ ਬਹਿ ਵੀ ਜੇ ਤੇਰੇ ਨਹੀਂ ਲੱਤਾਂ ਕੰਮ ਕਰਦੀਆਂ ਤੇ। ਪਰ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਇੱਦਾਂ ਹੀ ਆ, ਅਸੀਂ ਬਹਿ ਨਹੀਂ ਸਕਦੇ, ਅੰਦਰ ਹੀ ਬਹਿਣਾ ਹੈ। ਆ ਕਈ ਹਜ਼ੂਰ ਸਾਹਿਬ ਜਾਂਦੇ ਤੋਂ ਸਾਧ ਸੰਗਤ ਜੀ ਜਿਹੜੀਆਂ ਉੱਪਰ ਵੱਲ ਪੌੜੀਆਂ ਜਾਂਦੀਆਂ ਹੈ ਤਖਤ ਸਾਹਿਬ ਦੇ ਉਤਲੇ ਵਿਚਕਾਰਲੇ ਸਥਾਨ ਨੂੰ, ਤੇ ਉਹ ਕਈ ਪੌੜੀਆਂ ਦੇ ਉੱਚੇ ਹੋ ਕੇ ਬੈਠੇ ਹੋਣਗੇ।
ਗੁਰੂ ਜੀ ਦਾ ਪ੍ਰਕਾਸ਼ ਥੱਲੇ ਨੀਵੇਂ ਥਾਂ ਤੇ ਹੈ ਤੇ ਉਹ ਤੋਂ ਉੱਤੇ ਹੋ ਕੇ ਬੈਠੇ ਹੋਣਗੇ ਤੇ ਕਹਿਣਗੇ ਸਾਡੇ ਗੋਡੇ ਨਹੀਂ ਕੰਮ ਕਰਦੇ। ਇਸੇ ਤਰ੍ਹਾਂ ਹੀ ਸ੍ਰੀ ਅਨੰਦਪੁਰ ਸਾਹਿਬ ਆ ਪਿਛਲੇ ਸਾਲ ਹੀ ਜੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਕਿਲ੍ਹਾ ਆਨੰਦਗੜ੍ਹ ਹੈ, ਉਹਦੇ ਵਿਚਕਾਰ ਜੋ ਉਹ ਫੋਰਨ ਵਾਲਿਆਂ ਨੇ ਗੁਰਦੁਆਰਾ ਸਾਹਿਬ ਬਣਾਇਆ, ਇੱਕ ਇੰਗਲੈਂਡ ਵਾਲਿਆਂ ਨੇ ਕਿਸੇ ਸਭਾ ਨੇ, ਉੱਥੇ ਮੱਥਾ ਟੇਕਣ ਗਏ ਸੀ ਤੇ ਦੋ ਮਾਈਆਂ ਜਿਹੜੀਆਂ ਉਹ ਚਿੱਟੇ ਵਸਤਰ ਪਾਏ ਤੇ ਕੁਰਸੀਆਂ ਦੇ ਉੱਤੇ ਐ ਬਣ ਫੱਬ ਕੇ ਬੈਠੀਆਂ ਹੋਈਆਂ ਹੈ। ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਉੱਚੀਆਂ ਦਿਖ ਰਹੀਆਂ ਹੈ, ਪਾਠੀ ਸਾਹਿਬਾਨ ਤੋਂ ਵੀ। ਉਹਨਾਂ ਨੂੰ ਕਿਹਾ ਵੀ ਮਾਤਾ ਜੀ ਐਵੇਂ ਬਹਿਣਾ ਨਹੀਂ ਚਾਹੀਦਾ ਗੁਰੂ ਸਾਹਿਬ ਜੀ ਦੇ ਸਾਹਮਣੇ। ਉਹ ਅੱਗੋਂ ਕਹਿੰਦੀਆਂ ਵੀ ਅਸੀਂ ਇੰਗਲੈਂਡ ਵੀ ਇਸੇ ਤਰ੍ਹਾਂ ਬਹਿੰਦੀਆਂ ਹਾਂ। ਭਾਵ ਇੰਗਲੈਂਡ ਦੀ ਜਿਹੜੀ ਕਰਤੂਤ ਆ ਉਹ ਵੀ ਇੱਥੇ ਦੱਸ ਰਹੀਆਂ ਆ ਕੇ ਵੀ ਅਸੀਂ ਉੱਥੇ ਵੀ ਐਵੇਂ ਕਰਦੇ ਹਾਂ। ਅਤੇ ਪਰ ਉਹ ਇਹੋ ਜਿਹੇ ਲੋਕ ਆ ਉਹ ਮੰਨਦੇ ਨਹੀਂ, ਕਹਿੰਦੇ ਇਹਦੇ ਵਿੱਚ ਕਿਹੜੀ ਗੱਲ ਹੈ, ਲੱਤਾਂ ਨਹੀਂ ਕੰਮ ਕਰਦੀਆਂ ਅਤੇ ਬਹਿਣਾ ਹੀ ਚਾਹੀਦਾ ਹੈ। ਵੀ ਨਹੀਂ ਬੈਠਿਆ ਜਾਂਦਾ ਗੁਰੂ ਦਰਬਾਰ 'ਚ ਅਤੇ ਇਹਨੂੰ ਚੰਗਾ ਵੀ ਆਪਾਂ ਨਾ ਹੀ ਬਈਏ ਦੇ ਭਲਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਚੇ ਹੋ ਕੇ ਬਹਿਣਾ ਨਹੀਂ ਚਾਹੀਦਾ। ਕਈ ਥਾਵਾਂ 'ਤੇ ਜਿੱਥੇ ਆ ਪੈਸੇ ਵਾਲਿਆਂ ਦਾ ਕੋਈ ਬਹੁਤਾ ਜ਼ੋਰ ਜ਼ਾਰ ਹੈ, ਉੱਥੇ ਤਾਂ ਕੁਰਸੀਆਂ ਜਿਹੜੀਆਂ ਲੱਗ ਚੁੱਕੀਆਂ। ਬਾਕੀ ਮਹਾਰਾਜ ਕਿਰਪਾ ਕਰਨ ਕਿ ਸਾਨੂੰ ਸਮੱਤ ਬਖਸ਼ਣ। ਉਹ ਵਿਕੇ ਹੋਏ ਲੋਕਾਂ ਨੇ ਲਾਈਆਂ ਵੀ ਹੈ। ਗੁਰੂ ਜੀ ਕਿਰਪਾ ਕਰਨ, ਗੁਰੂ ਦੇ ਸਾਹਮਣੇ ਐਵੇਂ ਉੱਚੇ ਹੋ ਕੇ ਨਹੀਂ ਬੈਠਣਾ ਚਾਹੀਦਾ। ਨੀਵਾਂ ਸਥਾਨ ਹੀ ਉਹਦੇ ਵਿੱਚ ਹੀ ਭਲਾਈ ਹੈ, ਕਿਉਂਕਿ ਸਤਿਗੁਰਾਂ ਨੇ ਆਪ ਮੱਥੇ ਟੇਕੇ ਆ ਗੁਰਬਾਣੀ ਨੂੰ, ਫਿਰ ਆਪਾਂ ਕਿਵੇਂ ਉੱਚੇ ਹੋ ਕੇ ਬਹਿ ਸਕਦੇ ਹਾਂ। ਗੁਰਬਾਣੀ ਵਿੱਚ ਪਰਮੇਸ਼ਰ ਦਾ ਨਾਮ ਹੈ ਅਤੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਦੇ ਧਾਰੇ ਜੀਵ ਜੰਤੂ ਅਸੀਂ ਵਸ ਰਹੇ ਹਾਂ। ਇਵੇਂ ਨਾਮ ਦੀ ਮਹਿਮਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰ ਰਹੇ ਹਨ। ਅੱਗੇ ਜਿਵੇਂ ਹੋਰ ਨਾਮ ਦੀ ਮਹਿਮਾ ਜਣਾ ਰਹੇ ਹੈ। ਇਸ ਗ੍ਰੰਥ ਨੂੰ ਲਿਖਣ ਤੋਂ ਪਹਿਲਾਂ ਨਾਮ ਨੂੰ ਹੀ ਉੱਤਮ ਦੱਸ ਰਹੇ ਹੋ, ਆਪਾਂ ਸਰਵਣ ਕਰਾਂਗੇ ਆਉਣ ਵਾਲੇ ਦੀਵਾਨਾਂ ਵਿੱਚ। ਹੁਣ ਸਮੇਂ ਦੇ ਲਿਹਾਜ਼ ਨਾਲ ਇੱਥੇ ਸਮਾਪਤੀ ਕਰੀਏ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਾ ਰਹਿ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ ਜੀ। ਆਪ ਅਛਤ ਸਮਰੱਥ ਪ੍ਰਭ, ਦਈ ਬਡਾਈ ਨਾਮ, ਅਪਰ ਤਰਕ ਕੋ ਕਰ ਸਕਹਿ, ਸਭ ਮਨ ਹੈ ਗੁਣ ਧਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ